सरहदों पर तनाव है क्या, पता करो देश में चुनाव है क्या। ਨਸ਼ਿਆਂ ਦਾ ਬੜਾ ਖਤਰਨਾਕ ਮੁੱਦਾ ਹੈ। ਨਸ਼ਾ ਜਿਹੜਾ ਹੈਗਾ ਯੂਥ ਦੇ ਵਿੱਚ ਪਹਿਲਾਂ ਤਾਂ ਇੱਕ ਇਹ ਹੁੰਦਾ ਸੀ ਨਾ ਕਿ ਵੀ ਸਾਡੀ ਧੀ ਬਾਹਰ ਗਈ ਹੈਗੀ, ਹੁਣ ਮੁੰਡਿਆਂ ਦਾ ਵੀ ਬੜਾ ਵੱਡਾ ਇੱਕ ਮਾਪਿਆਂ ਨੂੰ ਖਤਰਾ ਹੋ ਗਿਆ ਕਿ ਸਾਡਾ ਮੁੰਡਾ ਬਾਹਰ ਗਿਆ, ਕਿਤੇ ਮਾੜੀ ਸੰਗਤ 'ਚ ਤਾਂ ਨਹੀਂ ਬਣਨਾ। ਕਿਤੇ ਨਾ ਕਿਤੇ ਜਿੱਥੋਂ ਤੱਕ ਮੈਂ ਮੰਨਦਾ ਆਪਾਂ ਨੂੰ ਆਪ ਦੇ ਅੰਦਰ ਝਾਤੀ ਮਾਰਨ ਦੀ ਵੀ ਲੋੜ ਹੈ। ਆਮ ਇੱਕ ਜ਼ਿੰਦਗੀ ਨੂੰ ਚੰਗਾ ਬਣਾਉਣ ਵਾਸਤੇ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ: ਰੋਟੀ, ਕੱਪੜਾ, ਮਕਾਨ। ਅੱਜ ਪੰਜਾਬ ਦੀ ਸਰਹੱਦੀ ਇਲਾਕਿਆਂ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਨੇ, ਬੰਬ ਧਮਾਕੇ ਹੋ ਰਹੇ ਨੇ, ਚਰਚਾਵਾਂ ਜਿਹੜੀਆਂ ਨੇ ਉਹ ਖਬਰਾਂ ਦੇ ਵਿੱਚ ਬਣੀਆਂ ਹੋਈਆਂ ਨੇ, ਇਹ ਕੀ ਸਾਬਿਤ ਕਰਦੀਆਂ ਨੇ ਕਿ ਪੰਜਾਬ ਦੇ ਵਿੱਚ ਚੋਣਾਂ ਨੇ, 2022 ਦੀਆਂ ਚੋਣਾਂ ਨਜ਼ਦੀਕ ਨੇ। ਬਾਹਰ ਜਾ ਰਿਹਾ ਆਈਲੈਟਸ ਕਰਕੇ, ਦੂਸਰਾ ਰੈਲੀਆਂ 'ਚ ਤੇ ਤੀਸਰਾ ਧਰਨਿਆਂ 'ਚ। ਔਰ ਇਹ ਨਿਸ਼ਾਨੀ ਹੈ ਸਭ ਤੋਂ ਵੱਡੀ ਬੇਰੁਜ਼ਗਾਰੀ। जो हमारे पापा के रैंक से भी बढ़कर है, तो कहीं ना कहीं हमारे माइंड में आता है कि हम उस रैंक तक, उस मुकाम तक पहुँचे, ताकि ना हमें प्रॉब्लम हो, ना हमारी फैमिली को प्रॉब्लम हो। क्योंकि अभी कोरोना के बाद देश का भी ऐसा हालात हो गया है कि नौकरियाँ कम है पर बंदे ज़्यादा हो गए। ਟੂਰਿਜ਼ਮ ਦਾ ਬੜਾ ਵੱਡਾ ਬੋਲਬਾਲਾ ਚੱਲ ਰਿਹਾ ਹੈ। ਆਟਾ ਦਾਲ ਸਕੀਮ ਹੋਊਗੀ ਤਾਂ ਅਸੀਂ ਚਾਹ ਚੀਨੀ ਪੱਤੀ ਨਾਲ ਦੇਵਾਂਗੇ, ਬਿਜਲੀ ਮੁਫਤ ਮਿਲੂਗੀ ਤਾਂ ਅਸੀਂ ਇਹ ਕੁਝ ਦੇਵਾਂਗੇ। ਈਵਨ ਕਿ ਆਪਣਾ ਖੇਤੀਬਾੜੀ ਖੁਦ ਦਾ ਧੰਦਾ ਸੀ, ਹੁਣ ਉਹ ਵੀ ਬਾਹਰ ਲਿਆ ਕੇ ਖੇਤੀ ਕਰ ਰਹੇ ਨੇ। ਬਿਹਾਰ ਤੋਂ ਆਉਂਦੇ ਨੇ, ਯੂਪੀ ਤੋਂ ਆਉਂਦੇ ਨੇ, ਕੀਤਾ ਹੀ ਛੱਡਤਾ ਆਪਣਾ, ਸਭ ਕੁਝ ਹੀ ਛੱਡ ਰਹੇ ਆ। ਹੁਣ ਇਹਦੇ 'ਚ ਰੋਟੀ 'ਚ ਆਪਾਂ ਜੇ ਇਨਕਲੂਡ ਕਰੀਏ, ਰੋਟੀ ਕਮਾਉਣ ਦਾ ਸਾਧਨ, ਉਹਨੂੰ ਸਕਿੱਲਸ ਕਹਿ ਲਓ। ਉਦੋਂ ਬਾਅਦ ਜੇ ਖਾਲੀ ਰੋਟੀ ਤਾਂ ਕਿਤੇ ਬਿਮਾਰ ਹੋ ਗਏ ਤਾਂ ਹਸਪਤਾਲ, ਤੇ ਗਾਂ ਆਉਣ ਵਾਲੀ ਪੀੜ੍ਹੀ ਵਾਸਤੇ ਐਜੂਕੇਸ਼ਨ। ਹੁਣ ਦੇਖੋ, ਹੈਲਥ ਕੇਅਰ, ਐਜੂਕੇਸ਼ਨ, ਦੋ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਜਿਹੜੀਆਂ ਹਰੇਕ ਵਾਸਤੇ ਹੋਣੀਆਂ ਚਾਹੀਦੀਆਂ। ਇਹ ਵਧੀਆ ਗੱਲ ਕਹੀ ਗਈ ਸੀ ਕਿ ਜਿਹੜਾ ਸਿਆਸਤ ਆ, ਪਹਿਲਾਂ ਨੂੰ ਇੱਕ ਧਰਮ ਮੰਨਿਆ ਜਾਂਦਾ ਹੁੰਦਾ ਸੀਗਾ। ਧਰਮ ਤੇ ਸਿਆਸਤ 'ਚ ਕਿਸੇ ਨੂੰ ਕੋਈ ਫਰਕ ਨਹੀਂ ਸਮਝਿਆ ਜਾਂਦਾ ਸੀ, ਬਟ ਅੱਜ ਦੇ ਵਿੱਚ ਸਿਆਸਤ ਇੱਕ ਇਹ ਕਹਿ ਲਓ ਜ਼ਰੀਆ ਬਣ ਗਿਆ ਪਾਵਰ ਨੂੰ ਤੇ ਮਨੀ ਨੂੰ ਗ੍ਰੈਬ ਕਰਨ ਦਾ। ਦੋ ਚੀਜ਼ਾਂ ਹੋਣਗੀਆਂ, ਬੱਚੇ ਕੋਲੇ ਸਕਿੱਲ ਹੋਊਗਾ, ਉਹ ਕਮਾ ਪਾਊਗਾ। ਬੱਚੇ ਕੋਲੇ ਹੈਲਥ ਕੇਅਰ ਫੈਸਿਲਿਟੀਜ਼ ਹੋਣਗੀਆਂ, ਉਹਨੂੰ ਆਪਦੇ ਮਾਪਿਓ ਦੀ ਟੈਨਸ਼ਨ ਨਹੀਂ, ਆਪਦੀ ਟੈਨਸ਼ਨ ਨਹੀਂ ਹੋਣੀ। ਹਾਂਜੀ, ਬਹੁਤ ਦਿੱਕਤਾਂ ਹੁੰਦੀਆਂ ਜੀ। ਹੁਣ ਕਈ ਵਾਰੀ ਕਤਲ ਵਗੈਰਾ ਹੋ ਜਾਂਦੇ, ਨਸ਼ਿਆਂ ਪਿੱਛੇ ਬਹੁਤ ਹੋ ਜਾਂਦੇ ਜੀ ਬਾਹਰ ਜਾ ਕੇ ਵੀ, ਤੇ ਇਹ ਵੀ ਇੱਕ ਮੁੱਦਾ ਹੀ ਹੈ ਜੀ ਹੁਣ ਦੀ ਬਸ। ਭਾਰਤ ਇੱਕ ਦੇਸ਼ ਹੈ, ਭਾਰਤ ਦੇ ਆਪਾਂ ਰਹਿੰਦੇ ਹਾਂ, ਆਪਾਂ ਪੰਜਾਬ ਦੇ ਵਾਸੀ ਹਾਂ ਕਿ ਭਾਰਤ ਦੇ ਵਾਸੀ ਹਾਂ, ਸਿਟੀਜ਼ਨ ਆਫ ਇੰਡੀਆ ਵਜਦੇ ਹਾਂ ਨਾ ਆਪਾਂ। ਫਿਰ ਉਹ ਜਿੱਥੇ ਮਰਜ਼ੀ ਜਾ ਕੇ ਆਪਾਂ ਨੂੰ ਕੰਮ ਮਿਲੇ, ਜੇ ਕਿਤੇ ਓਪਰਚੁਨਿਟੀ ਜ਼ਿਆਦਾ ਹੈ ਤਾਂ ਉੱਥੇ ਜਾ ਕੇ ਕੰਮ ਕਰਨ 'ਚ ਹਰਜ਼ ਕੀ ਹੈ। ਚਾਹੀਦਾ ਕੀ ਹੈ, ਸਰਕਾਰਾਂ ਨੇ ਕੀ ਕਰਨਾ ਚਾਹੀਦਾ ਹੈ? ਵੈਸੇ ਤੁਹਾਡਾ ਸਲਾਹ ਕੀ ਹੈ, ਮਸ਼ਵਰਾ ਕੀ ਹੈ? ਮਸ਼ਵਰਾ ਤਾਂ ਇਹੀ ਹੈ, ਜਿਵੇਂ ਹੁਣ ਕਿਸਾਨੀ ਅੰਦੋਲਨ ਨਾਲ ਸਾਰਿਆਂ ਨੇ ਉਹ ਕਰ ਲਈ, ਠੱਲ ਪਾ ਦੀ ਉਹਨੂੰ ਸਰਕਾਰ ਨੂੰ ਜੀ। ਆਈਂ ਲੋਕ ਇਕੱਠੇ ਹੋ ਜਾਣ ਜੀ, ਆਈਂ ਨਸ਼ਿਆਂ ਨੂੰ ਠੱਲ ਪਾ ਦੇਣਗੇ, ਆਈਂ ਸਰਕਾਰਾਂ ਸਭ ਸੁਧਾਰ ਦੇਣਗੇ। ਤੁਸੀਂ ਬੈਂਗਲੌਰ ਦੇ ਵਿੱਚ ਚਲੇ ਜਾਓਗੇ, ਆਪਣੇ ਮਾਪਿਆਂ ਨੂੰ ਛੱਡ ਕੇ ਸਪੋਜ਼ ਕਰ ਦਿਆਂਗੇ। ਬਿਲਕੁਲ ਬਾਈ ਜੀ, ਜੇ ਮੈਨੂੰ ਉੱਥੇ ਹੁਣ ਦੇਖੋ, ਖੂਹ ਦਾ ਡੱਡੂ ਬਣ ਕੇ ਤਾਂ ਰਹਿਣਾ ਨਹੀਂ ਨਾ ਚਾਹੀਦਾ। ਅਸੀਂ ਬਾਹਰ ਜਾ ਰਹੇ ਆ, ਆਈਲੈਟਸ ਕਰਕੇ ਵੀ ਬਾਹਰ ਜਾਂਦੇ ਆ, ਕਿੰਨੇ ਸਾਲ ਨਹੀਂ ਮੁੜਿਆ ਜਾਂਦਾ ਉੱਥੇ ਜਾ ਕੇ। ਮਿੱਠੀ ਜੇਲ੍ਹ 'ਚ ਫਸਦੇ ਆ ਕਿ ਨਹੀਂ ਫਸਦੇ? ਇੱਥੇ ਤਾਂ ਫੇਰ ਆਪਣਾ ਦੇਸ਼ ਹੈ, ਫਲਾਈਟ ਫੜੋ ਬੈਂਗਲੌਰ ਤੋਂ 2 ਘੰਟਿਆਂ 'ਚ ਆ ਜਾਵਾਂਗੇ। ਇੰਨੀ ਤਾਂ ਤਨਖਾਹ ਹੁੰਦੀ ਹੈ ਵੀ 3000 ਦੀ ਫਲਾਈਟ ਲੈ ਕੇ ਦਿੱਲੀ ਉਤਰ ਜਾਓ, ਦਿੱਲੀੋਂ ਟ੍ਰੇਨ ਫੜੋ ਤੇ 4 ਘੰਟੇ 'ਚ ਇੱਥੇ ਆ ਜਾਓ, 5 ਘੰਟੇ ਜਿੰਨੇ ਲੱਗਦੇ ਆ। ਉਹ ਜ਼ਿਆਦਾ ਚੰਗਾ ਕਿ ਲੱਖ ਦੀ ਟਿਕਟ ਲਾਓ ਤੇ ਬਾਹਰ ਜਾਓ। ਹਿੰਦੀ ਉਰਦੂ ਦੇ ਸ਼ਾਇਰ ਹੋਏ ਨੇ ਰਾਹਤ ਇੰਦੋਰੀ ਸਾਹਿਬ, ਜਿਨ੍ਹਾਂ ਦਾ ਇੱਕ ਸ਼ੇਰ ਜਿਹੜਾ ਹੈਗਾ ਬੜਾ ਮਸ਼ਹੂਰ ਚਰਚਾ ਦੇ ਵਿੱਚ ਹੈ ਕਿ ਸਰਹदों पर तनाव है क्या, सरहदों पर तनाव है क्या, पता करो देश में चुनाव है क्या। ਅੱਜ ਪੰਜਾਬ ਦੀ ਸਰਹੱਦੀ ਇਲਾਕਿਆਂ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਨੇ, ਬੰਬ ਧਮਾਕੇ ਹੋ ਰਹੇ ਨੇ, ਚਰਚਾਵਾਂ ਜਿਹੜੀਆਂ ਨੇ ਉਹ ਖਬਰਾਂ ਦੇ ਵਿੱਚ ਬਣੀਆਂ ਹੋਈਆਂ ਨੇ, ਇਹ ਕੀ ਸਾਬਿਤ ਕਰਦੀਆਂ ਨੇ ਕਿ ਪੰਜਾਬ ਦੇ ਵਿੱਚ ਚੋਣਾਂ ਨੇ, 2022 ਦੀਆਂ ਚੋਣਾਂ ਨਜ਼ਦੀਕ ਨੇ। ਮੁੱਦੇ ਕਿਹੋ ਜਿਹੇ ਨੇ? ਸਵਾਲ ਅਹਿਮ ਹੈ। ਪੰਜਾਬ ਸਰਕਾਰ ਬੜੇ ਵੱਡੇ ਵਾਅਦੇ ਕਰ ਰਹੀ ਹੈ, ਲੋਕ ਕੀ ਚਾਹੁੰਦੇ ਨੇ, ਅਹਿਮ ਸਵਾਲ ਹੈ। ਇਸ ਨੂੰ ਜਾਣਨ ਦੇ ਲਈ ਲੋਕਾਂ ਦੇ ਵਿੱਚ ਵਿਚਰਨਾ ਪੈਣਾ। ਲੋਕ ਕੀ ਚਾਹੁੰਦੇ ਨੇ, ਸਰਕਾਰਾਂ ਕੀ ਦੇ ਰਹੀਆਂ ਨੇ। ਇੱਕ ਬੜਾ ਬੋਲਬਾਲਾ ਫਰੀਜ਼ਮ ਦਾ ਬੜਾ ਵੱਡਾ ਬੋਲਬਾਲਾ ਚੱਲ ਰਿਹਾ ਹੈ। ਆਟਾ ਦਾਲ ਸਕੀਮ ਹੋਊਗੀ ਤਾਂ ਅਸੀਂ ਚਾਹ ਚੀਨੀ ਪੱਤੀ ਨਾਲ ਦੇਵਾਂਗੇ, ਬਿਜਲੀ ਮੁਫਤ ਮਿਲੂਗੀ ਤਾਂ ਅਸੀਂ ਇਹ ਕੁਝ ਦੇਵਾਂਗੇ। ਜੁਮਲੇ ਜਿਹੜੇ ਨੇ ਲੋਕਾਂ ਤੱਕ ਪਹੁੰਚਾਏ ਜਾ ਰਹੇ ਨੇ। ਸਰਕਾਰਾਂ ਜੋ ਕੁਝ ਕਰ ਰਹੀਆਂ ਨੇ, ਲੋਕ ਚਿੰਤਿਤ ਨੇ। ਪੰਜਾਬ ਦੀ ਸਥਿਤੀ ਕੀ ਆ, ਸਵਾਲ ਇਹ ਆ। ਇਹ ਸਾਰਾ ਕੁਝ ਜਾਣਨ ਦੇ ਲਈ ਅਸੀਂ ਅੱਜ ਬਠਿੰਡਾ ਦੇ ਵਿੱਚ ਹਾਂ ਤੇ ਬਠਿੰਡਾ ਦੇ ਲੋਕ ਕੀ ਕਹਿੰਦੇ ਨੇ, ਯੂਥ ਕੀ ਕਹਿੰਦਾ। ਅੱਜ ਬੜਾ ਵੱਡਾ ਅਹਿਮ ਮੁੱਦਾ ਅਨਇੰਪਲੋਇਮੈਂਟ ਦਾ ਹੈ। ਦੇਸ਼ ਦੇ ਜਿਹੜੇ ਨੌਜਵਾਨ ਨੇ
ਰੀੜ੍ਹ ਦੀ ਹੱਡੀ ਕਿਹਾ ਜਾਂਦਾ, ਜਿਨ੍ਹਾਂ ਨੂੰ ਦੇਸ਼ ਦਾ ਭਵਿੱਖ ਅੱਜ ਬਾਹਰਲੇ ਦੇਸ਼ਾਂ ਨੂੰ ਜਾ ਰਿਹਾ ਹੈ, ਵਿਦੇਸ਼ਾਂ ਵੱਲ ਨੂੰ ਅਪਰੋਚ ਕੀਤੀ ਜਾ ਰਹੀ ਹੈ। ਆਈਲੈਟਸ ਕਰਕੇ ਬੜੇ ਵੱਡੇ ਪੈਮਾਨੇ ਤੇ ਵੱਡੇ ਪੱਧਰ ਤੇ ਪੰਜਾਬ ਦਾ ਯੂਥ ਅੱਜ ਵਿਦੇਸ਼ਾਂ ਦੇ ਵਿੱਚ ਜਾਣ ਤੇ ਮਜਬੂਰ ਹੈ। ਸਿਸਟਮ ਕੀ ਹੈ? ਸਿਆਸਤ ਸ਼ਬਦ ਮਾੜਾ ਨਹੀਂ ਹੈ, ਪਰ ਸਿਆਸਤ ਇੰਨਾ ਗੰਦਾ ਹੋ ਗਿਆ ਸ਼ਬਦ ਕਿ ਉਸ ਦੇ ਵਿੱਚ ਲੋਕ ਹੁਣ ਇਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਇਹ ਦੇਖਦੇ ਨੇ ਕਿ ਸਿਆਸਤ ਜਿਹੜੀ ਹੈਗਾ ਇੱਕ ਕਿ ਇਹਦੇ ਵਿੱਚ ਬੜਾ ਵੱਡਾ ਇੱਕ ਸਵਾਲ ਸਿਆਸਤ ਨੂੰ ਲੈ ਕੇ ਵੀ ਬਣ ਜਾਂਦਾ ਹੈਗਾ। ਸਿਆਸਤ ਦੇ ਵਿੱਚ ਲੋਕ ਜਾਣਾ ਨਹੀਂ ਚਾਹੁੰਦੇ ਨੇ, ਹੁਣ ਸਿਆਸਤ ਨੂੰ ਸਮਝਣਾ ਨਹੀਂ ਚਾਹੁੰਦੇ। ਸਿਆਸਤ ਇੱਕ ਸਿਸਟਮ ਹੈ, ਸਿਸਟਮ ਜਿਹੜਾ ਹੈਗਾ ਸਾਡੇ ਦੇਸ਼ ਨੂੰ ਚਲਾਉਣ ਦੇ ਲਈ ਇਸਤੇਮਾਲ ਹੁੰਦਾ ਹੈਗਾ। ਪਰ ਲੇਕਿਨ ਅਸੀਂ ਅੱਜ ਗੱਲਬਾਤ ਯੂਥ ਨੂੰ ਲੈ ਕੇ ਕਰਾਂਗੇ, ਕਿਉਂਕਿ ਅਨਐਮਪਲੋਇਮੈਂਟ ਬੜਾ ਵੱਡਾ ਇੱਕ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਖਾਸ ਤੌਰ ਤੇ ਇੱਕ ਅਹਿਮ ਮੁੱਦਾ ਹੈ। ਕਰੋਨਾ ਕਾਲ ਦੇ ਵਿੱਚ ਸਮਾਂ ਲੰਘਿਆ ਤਾਂ ਕਈਆਂ ਦੀ ਨੌਕਰੀਆਂ ਚਲੀਆਂ ਗਈਆਂ ਤੇ ਕਈ ਇਹੋ ਜਿਹੇ ਇੰਜੀਨੀਅਰਸ ਨੇ ਜਾਂ ਕਈ ਇਹੋ ਜਿਹੇ ਪੜ੍ਹੇ ਲਿਖੇ ਲੋਕ ਨੇ ਜਿਹੜੇ ਕਿ ਅੱਜ ਵੀ ਬੇਰੁਜ਼ਗਾਰ ਦੀ ਸਥਿਤੀ ਹੈ, ਜਾਂ ਫਿਰ ਇਹਨਾਂ ਨੇ ਜਿਹੜਾ ਰੁਜ਼ਗਾਰ ਕਰਨਾ ਪੈ ਰਿਹਾ ਉਹ 5-5 10-10 ਹਜ਼ਾਰ ਦੇ ਵਿੱਚ ਆਪਣਾ ਗੁਜ਼ਾਰਾ ਕਰਨ ਤੇ ਮਜਬੂਰ ਨੇ। ਮੇਰੇ ਨਾਲ ਬਠਿੰਡਾ ਦੇ ਕੁਝ ਲੋਕ ਯੂਥ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਬਾਈ ਜੀ, ਕਿਵੇਂ ਵੇਖ ਰਹੇ ਹੋ ਇਹ ਸਾਰਾ ਸਿਸਟਮ? ਅੱਜ ਪੰਜਾਬ ਦੇ ਸਿਆਸਤ ਸਿਖਰਾਂ ਤੇ ਹੈ, ਚੋਣਾਂ ਨੇੜੇ ਆ ਗਈਆਂ ਨੇ, ਤੁਸੀਂ ਦੱਸ ਦਿਓ। ਬਾਈ ਜੀ, ਕੀ ਨਾਂ ਕੀ ਹੈ ਤੁਹਾਡਾ? ਮੇਰਾ ਨਾਮ ਸੰਦੀਪ ਸਿੰਘ ਹੈ। ਕੀ ਕੰਮ ਕੀ ਕਰਦੇ ਹੋ? ਮੈਂ ਸਟੂਡੈਂਟ ਹਾਂ। ਕਿਹੜੀ ਕਲਾਸ 'ਚ? ਮੈਂ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕਰ ਰਿਹਾ ਹਾਂ, ਘਰ ਬੈਠ ਕੇ ਪੜ੍ਹ ਰਿਹਾ ਹਾਂ। ਤੇ ਕੀ ਤਿਆਰੀ ਹੈ ਫਿਰ? ਕਿੱਦਾਂ ਦੀ ਲੱਗਦੀ ਹੈ ਕਿ ਪੰਜਾਬ ਦਾ ਯੂਥ ਕਿੱਧਰ ਨੂੰ ਜਾ ਰਿਹਾ ਹੈ ਫਿਰ? ਪੰਜਾਬ ਦਾ ਯੂਥ ਜੇ ਗੱਲ ਕਰੀਏ ਤਾਂ 3 ਥਾਵਾਂ ਤੇ ਜ਼ਿਆਦਾ ਜਾ ਰਿਹਾ ਅੱਜ ਕੱਲ੍ਹ। ਇੱਕ ਆਈਲੈਟਸ ਬਾਹਰ ਜਾ ਰਿਹਾ ਆਈਲੈਟਸ ਕਰਕੇ, ਦੂਸਰਾ ਰੈਲੀਆਂ 'ਚ, ਤੇ ਤੀਸਰਾ ਧਰਨਿਆਂ 'ਚ। ਔਰ ਇਹ ਨਿਸ਼ਾਨੀ ਹੈ ਸਭ ਤੋਂ ਵੱਡੀ ਬੇਰੁਜ਼ਗਾਰੀ ਦੀ, ਕਿਉਂਕਿ ਇਹੀ ਨੌਜਵਾਨ ਜੇ ਆਪਣੇ ਇੱਥੇ ਮੈਨੂਫੈਕਚਰਿੰਗ ਹਬਸ ਹੋਣਗੇ, ਠੀਕ ਹੈ, ਆਪਣੇ ਓਪਰਚੁਨਿਟੀਜ਼ ਹੋਣਗੀਆਂ, ਤਾਂ ਇਹ ਇਹਨਾਂ ਤਿੰਨਾਂ ਜਗ੍ਹਾ ਨੂੰ ਛੱਡ ਕੇ ਕੰਪਨੀਆਂ ਦੇ ਵਿੱਚ ਸੀਯੂਜ਼ ਦੇ ਤੌਰ ਤੇ ਕੰਮ ਕਰ ਸਕਦਾ ਹੈ, ਠੀਕ ਹੈ, ਹੋਰ ਆਫੀਸਰਸ ਹੋ ਸਕਦੇ ਨੇ। ਹੁਣ ਆਪਣੇ ਜ਼ਿਆਦਾਤਰ ਜੌਬਸ ਕਿਹਨਾਂ ਕੋਲ ਨੇ? ਬਾਹਰਲੇ ਜੋ ਵੀ ਮਾਈਗ੍ਰੈਂਟਸ ਆਉਂਦੇ ਨੇ, ਠੀਕ ਆ। ਹੁਣ ਈਵਨ ਕਿ ਆਪਣਾ ਖੇਤੀਬਾੜੀ ਖੁਦ ਦਾ ਧੰਦਾ ਸੀ, ਹੁਣ ਉਹ ਵੀ ਬਾਹਰ ਲਿਆ ਕੇ ਖੇਤੀ ਕਰ ਰਹੇ ਨੇ। ਬਿਹਾਰ ਤੋਂ ਆਉਂਦੇ ਨੇ, ਯੂਪੀ ਤੋਂ ਆਉਂਦੇ ਨੇ। ਅਸੀਂ ਕੀਤਾ ਹੀ ਛੱਡਤਾ ਆਪਣਾ, ਸਭ ਕੁਝ ਹੀ ਛੱਡ ਰਹੇ ਆ। ਤਾਂ ਇਹ ਵਧੀਆ ਗੱਲ ਕਹੀ ਗਈ ਸੀ ਕਿ ਜਿਹੜਾ ਸਿਆਸਤ ਆ, ਪਹਿਲਾਂ ਨੂੰ ਇੱਕ ਧਰਮ ਮੰਨਿਆ ਜਾਂਦਾ ਹੁੰਦਾ ਸੀਗਾ। ਧਰਮ ਤੇ ਸਿਆਸਤ 'ਚ ਕਿਸੇ ਨੂੰ ਕੋਈ ਫਰਕ ਨਹੀਂ ਸਮਝਿਆ ਜਾਂਦਾ ਸੀ। ਬਟ ਅੱਜ ਦੇ ਵਿੱਚ ਸਿਆਸਤ ਇੱਕ ਇਹ ਕਹਿ ਲਓ ਜ਼ਰੀਆ ਬਣ ਗਿਆ ਪਾਵਰ ਨੂੰ ਤੇ ਮਨੀ ਨੂੰ ਗ੍ਰੈਬ ਕਰਨ ਦਾ। ਤੇ ਇਹੀ ਕਾਰਨ ਆ ਵੀ ਅੱਜ ਆਪਣੇ ਨੀਅਰ ਅਬਾਊਟ 11.4% ਆ ਜਿਹੜੀ ਅਨਐਮਪਲੋਇਮੈਂਟ ਰੇਟ ਆ। ਵੀ ਜੇ 100 ਬੰਦਾ, ਜੇ ਤੁਸੀਂ, ਇਹ ਤਾਂ ਉਹ ਡਾਟਾ ਜਿਹੜਾ ਗੌਰਮੈਂਟ ਦੇ ਰਹੀ ਆ, ਜੇ ਕਿਸੇ ਇੰਡੀਪੈਂਡੈਂਟ ਬੋਡੀ ਦਾ ਹੋਵੇ ਤਾਂ ਇਦੋਂ ਵੀ ਜ਼ਿਆਦਾ ਹੋ ਸਕਦਾ। ਵੀ ਜੇ ਤੁਸੀਂ 10 ਜਣਿਆਂ ਕੋਲ ਛੱਡੋਗੇ, 2-3 ਤੁਹਾਨੂੰ ਬੇਰੁਜ਼ਗਾਰ ਮਿਲਣਗੇ। ਇਹਦਾ ਕੀ ਕਾਰਨ ਆ? ਸਿਸਟਮ ਆਪਾਂ ਕਹਿ ਸਕਦੇ। ਸਿਸਟਮ ਮਾੜਾ ਹੈ। ਸਿਸਟਮ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਸਰਕਾਰਾਂ ਸਮਝ ਨਹੀਂ ਪਾ ਰਹੀਆਂ ਉਸ ਨੂੰ, ਜਾਂ ਸਰਕਾਰ ਸਮਝਣਾ ਨਹੀਂ ਚਾਹੁੰਦੀ ਗੀ। ਯੂਥ ਕੀ ਕਰ ਰਿਹਾਗਾ ਇੱਥੇ? ਫਰੀਜ਼ਮ ਦਾ ਬੜਾ ਵੱਡਾ ਬੋਲਬਾਲਾ ਹੈ। ਹਰ ਪਾਰਟੀਆਂ ਇਹ ਕਹਿ ਰਹੀਆਂ ਨੇ ਕਿ ਅਸੀਂ ਆਟਾ ਦਾਲ ਸਕੀਮ ਲਿਆਵਾਂਗੇ, ਤਾਂ ਦੂਸਰਾ ਕਹਿ ਰਿਹਾ ਅਸੀਂ ਚੀਨੀ ਪੱਤੀ ਵੀ ਨਾਲ ਦੇਵਾਂਗੇ, ਤੇ ਤੀਜਾ ਕਹਿੰਦਾ ਗਾ ਅਸੀਂ ਅੱਧੂ ਬੂਤੇ ਦੇ ਦਾਂਗੇ। ਬਿਜਲੀ ਦਾ ਮੁੱਦਾ ਹੈ, ਬਿਜਲੀ ਨੂੰ ਲੈ ਕੇ ਕਹਿੰਦੇ ਕਿ ਅਸੀਂ ਬਿਜਲੀ ਫ੍ਰੀ ਕਰ ਦਾਂਗੇ, ਸਾਰਾ ਕੁਝ ਅਸੀਂ ਫ੍ਰੀ ਕਰ ਦਾਂਗੇ। ਕੀ ਲੱਗਦਾ ਗਾ ਯੂਥ ਨੂੰ ਰੋਜ਼ਗਾਰ ਦੀ ਲੋੜ ਹੈ ਕਿ ਇਹਨਾਂ ਮੁਹਤਾਜ ਹੋਣ ਦੀ ਜ਼ਰੂਰਤ ਹੈ? ਐਜ਼ ਏ ਯੂਥ ਮੈਂ ਤਾਂ ਮਤਲਬ ਇਹਨਾਂ ਚੀਜ਼ਾਂ ਨੂੰ ਕੰਡੈਮ ਹੀ ਕਰ ਦਾਂਗਾ। ਮੈਂ ਇਹਨਾਂ ਚੀਜ਼ਾਂ ਨੂੰ ਕਦੇ ਸਪੋਰਟ ਨਾ ਕਰਾਂਗਾ ਤਾਂ ਨਾ ਹੀ ਕਰਿਆ ਅੱਜ ਤੱਕ। ਕਿਉਂਕਿ ਫੋਰ ਐਗਜ਼ਾਮਪਲ ਮੈਂ ਹੁਣ ਸਟੂਡੈਂਟ ਆ, ਮੈਨੂੰ ਆ ਕੇ ਕੋਈ 800 ਯੂਨਿਟ ਦੇਵੇ, ਕੋਈ 1000 ਦੇਵੇ, ਕੋਈ ਮੈਨੂੰ ਆ ਕੇ ਫਰੀ ਵੀ ਜੋ ਵੀ ਦੇਵੇ, ਆਟਾ ਦਾਲ ਪਾਣੀ ਦੇਵੇ, ਮੈਂ ਉਹੀ ਗੱਲ ਕਹਿੰਦੇ ਹੁੰਦੇ ਆ ਨਾ ਵੀ ਮੱਛੀ ਫੜਨ ਦੀ ਥਾਂ ਤੇ ਉਹਨੂੰ ਫੜਨਾ ਸਿਖਾ ਦਿਓ, ਬੰਦਾ ਆਪਣੇ ਆਪ ਸਾਰਾ ਕੁਝ ਕਰ ਲਊਗਾ। ਉਵੇਂ ਜੇ ਮੈਨੂੰ ਸਕਿੱਲ ਇੰਪਾਰਟ ਕੀਤੀ ਜਾਵੇ। ਮੈਂ ਇੱਕ ਪੰਜਾਬੀ ਮੀਡੀਅਮ 'ਚ ਪੜ੍ਹਿਆ ਹੋਇਆ ਬੱਚਾ, ਔਰ ਮੈਨੂੰ ਪਿਛਲੇ 7 ਸਾਲ ਤੋਂ ਮੈਂ ਸੰਘਰਸ਼ ਕਰ ਰਿਹਾ, ਕਿਉਂਕਿ ਮੈਨੂੰ ਪਹਿਲਾਂ ਇੰਗਲਿਸ਼ ਨਹੀਂ ਆਉਂਦੀ ਸੀ। ਮੈਂ ਵਰਕ ਕੀਤਾ ਆਪਦੇ 'ਚ, ਇੱਕ ਐਸੀ ਸਕਿੱਲ ਪੈਦਾ ਕਰ ਲਈ ਹੈ ਜਿਹੜੀ ਕਿ ਮੈਨੂੰ ਕਦੇ ਵੀ ਰੋਟੀ ਤੋਂ ਵਾਂਝਾ ਨਹੀਂ ਕਰਨ ਦਊਗੀ। ਰੋਟੀ ਅੱਜ ਵੀ ਮੈਂ ਵਧੀਆ ਕਮਾ ਸਕਦਾ ਆਪਦੇ ਸਾਰੇ ਤੇ। ਜੇ ਉੱਥੇ ਹੀ ਮੇਰੇ ਘਰ ਦੇ ਮੈਨੂੰ ਕਹਿੰਦੇ ਅੱਜ ਫਲਾਨੀ ਰੈਲੀ 'ਚ ਜਾ, ਫਲਾਨਾ ਫੇਰ ਮਿਲੂਗਾ, ਫਲਾਨੀ ਪਾਰਟੀ ਨੂੰ ਵੋਟ ਪਾ, ਫਿਰ ਇਹਦੇ 'ਚ ਇਕੱਲਾ ਸਿਆਸਤ ਵੀ ਨਹੀਂ ਆਪਾਂ ਇਹਨੂੰ ਜ਼ਿੰਮੇਦਾਰ, ਇਹ 'ਚ ਲੋਕ ਵੀ ਥੋੜ੍ਹੇ ਜਿਹੇ ਜ਼ਿੰਮੇਦਾਰ ਨੇ। ਅਬਰਾਹਮ ਲਿੰਕਨ ਨੇ ਬੜੀ ਵਧੀਆ ਗੱਲ ਕਹੀ ਸੀ, ਕਹਿੰਦਾ ਤੁਹਾਡੀ ਸਿਆਸਤ ਤੁਹਾਡੀ ਸੁਸਾਇਟੀ ਤੋਂ ਵਧੀਆ ਨਹੀਂ ਹੋ ਸਕਦੀ। ਤਾਂ ਫਿਰ ਇਹੀ ਸੁਸਾਇਟੀ 'ਚੋਂ ਲੀਡਰ ਪੈਦਾ ਹੋਏ ਨੇ। ਕੋਈ ਵੀ ਲੀਡਰ ਬਾਹਰ ਲਾ ਕੇ ਦੱਸੋ, ਕੋਈ ਕੈਨੇਡਾ ਅਮਰੀਕਾ 'ਚੋਂ ਆਇਆ? ਆਪਣੇ ਰਾਜ ਕੌਣ ਕਰ ਰਿਹਾ? ਆਪਣੇ ਲੀਡਰ। ਉਹ ਨਿਕਲੇ ਕਿਹੜੀ ਸੁਸਾਇਟੀ 'ਚੋਂ? ਆਪਣੇ 'ਚੋਂ। ਤਾਂ ਜੇ ਸਮਾਜ ਬਦਲੂਗਾ ਤਾਂ ਜਾ ਕੇ ਸਿਆਸਤ ਬਦਲੂ, ਨਹੀਂ ਬਦਲੂ। ਮੀਡੀਅਮ ਤੁਹਾਡਾ ਵੀ ਪੰਜਾਬੀ ਹੈ ਰਾਜੇ? ਨਹੀਂ ਇੰਗਲਿਸ਼ ਹੈ। ਇੰਗਲਿਸ਼ ਮੀਡੀਅਮ ਹੈ। ਕੀ ਗੱਲ ਪੰਜਾਬੀ ਨਹੀਂ ਵਧੀਆ ਲੱਗੀ? ਨਹੀਂ ਪੰਜਾਬੀ ਤਾਂ ਵਧੀਆ ਹੀ ਗੱਲ ਕਰ ਵੀ ਇੰਗਲਿਸ਼ ਪੰਜਾਬੀ ਤਾਂ ਆਉਂਦੀ ਹੋਈ ਹੈ, ਇੰਗਲਿਸ਼ ਵੀ ਸਿੱਖ ਲਈ ਹੈ, ਇਹ ਸੋਚਿਆ? ਹਾਂਜੀ ਵੈਸੇ ਇੰਗਲਿਸ਼ ਕਿਹੜੀ ਹੈ? 12th ਹੈ। ਅੱਛਾ। ਹਾਂਜੀ। ਤੇ ਕੀ ਕਹਿੰਦਾਗਾ ਯੂਥ ਜਿਹੜੀ ਇਸ ਵੇਲੇ ਜਿਹੜੀ ਸਥਿਤੀ ਬਣੀ ਹੋਈ ਹੈਗੀ? ਨੌਜਵਾਨ ਤਾਂ ਸਾਰੇ ਮੈਨੂੰ ਲੱਗਦਾ ਵਿਦੇਸ਼ਾਂ ਵੱਲ ਨੂੰ ਜਾਣਗੇ ਫਿਰ, ਜਿਹੜੇ ਹਿਸਾਬ ਨਾਲ ਸਥਿਤੀ ਬਣੀ ਹੋਈ ਹੈ।
ਹਾਂਜੀ ਕੀ ਲੱਗਦਾਗਾ ਫਿਰ ਇਸ ਨੂੰ ਲੈ ਕੇ ਵੀ ਇੱਥੇ ਭਵਿੱਖ ਨਹੀਂ ਹੋਣਾ ਚਾਹੀਦਾ ਸੀਗਾ? ਇੱਥੇ ਪੰਜਾਬ ਦੇ ਵਿੱਚ ਆਪਣੇ ਪੰਜਾਬ ਦੀ ਵਿਰਾਸਤ ਨੂੰ, ਆਪਣੇ ਮਾਪਿਆਂ ਨੂੰ ਇੱਥੇ ਸਾਂਭਣ ਦੀ ਲੋੜ ਨਹੀਂ ਲੱਗੀ ਫਿਰ? ਨਹੀਂ ਲੋੜ ਤਾਂ ਹੈਗੀ ਆ ਵੀ ਹੁਣ ਕੀ ਕੀਤਾ ਜਾਵੇ, ਮਾਪੇ ਵੀ ਤੰਗ ਆ ਜੀ ਪਰ ਜਦੋਂ ਗਾਂ ਇੱਥੇ ਕੋਈ ਨੌਕਰੀ ਵਗੈਰਾ ਨਹੀਂ ਮਿਲਦੀ ਮਾਪੇ ਫਿਰ ਬਾਹਰ ਭੇਜ ਦਿੰਦੇ ਜੀ ਬੱਚਿਆਂ ਨੂੰ ਜੀ। ਇੱਕ ਨਸ਼ਿਆਂ ਦਾ ਬੜਾ ਖਤਰਨਾਕ ਮੁੱਦਾ ਹੈ। ਨਸ਼ਾ ਜਿਹੜਾ ਹੈਗਾ ਯੂਥ ਦੇ ਵਿੱਚ, ਪਹਿਲਾਂ ਤਾਂ ਇੱਕ ਇਹ ਹੁੰਦਾ ਸੀ ਨਾ ਕਿ ਵੀ ਸਾਡੀ ਧੀ ਬਾਹਰ ਗਈ ਹੈਗੀ, ਹੁਣ ਮੁੰਡਿਆਂ ਦਾ ਵੀ ਬੜਾ ਵੱਡਾ ਇੱਕ ਮਾਪਿਆਂ ਨੂੰ ਖਤਰਾ ਹੋ ਗਿਆ ਕਿ ਸਾਡਾ ਮੁੰਡਾ ਬਾਹਰ ਗਿਆ, ਕਿਤੇ ਮਾੜੀ ਸੰਗਤ 'ਚ ਤਾਂ ਨਹੀਂ ਵੜ ਗਿਆ। ਇਦਾਂ ਦੀ ਦਿੱਕਤਾਂ ਆਉਂਦੀਆਂ ਜੀ। ਹਾਂਜੀ ਬਹੁਤ ਦਿੱਕਤਾਂ ਹੁੰਦੀਆਂ ਜੀ, ਹੁਣ ਕਈ ਵਾਰੀ ਕਤਲ ਵਗੈਰਾ ਹੋ ਜਾਂਦੇ ਨਸ਼ਿਆਂ ਪਿੱਛੇ ਬਹੁਤ ਹੋ ਜਾਂਦੇ ਜੀ ਬਾਹਰ ਜਾ ਕੇ ਵੀ, ਤੇ ਇਹ ਵੀ ਇੱਕ ਮੁੱਦਾ ਹੀ ਹੈ ਜੀ ਹੁੰਦੀ ਬਸ ਜੀ। ਚਾਹੀਦਾ ਕੀ ਹੈ? ਸਰਕਾਰਾਂ ਨੇ ਕੀ ਕਰਨਾ ਚਾਹੀਦਾ ਹੈਗਾ? ਵੈਸੇ ਤੁਹਾਡਾ ਸਲਾਹ ਕੀ ਹੈ, ਮਸ਼ਵਰਾ ਕੀ ਹੈ? ਮਸ਼ਵਰਾ ਤਾਂ ਇਹੀ ਹੈ ਜਿਵੇਂ ਹੁਣ ਕਿਸਾਨੀ ਅੰਦੋਲਨ ਨਾਲ ਸਾਰਿਆਂ ਨੇ ਉਹ ਕਰ ਲਈ, ਠੱਲ ਪਾ ਦੀ ਉਹਨੂੰ ਸਰਕਾਰ ਨੂੰ ਜੀ। ਆਹੀਂ ਲੋਕ ਇਕੱਠੇ ਹੋ ਜਾਣ ਜੀ, ਆਹੀਂ ਨਸ਼ਿਆਂ ਨੂੰ ਠੱਲ ਪਾ ਦੇਣਗੇ, ਆਹੀਂ ਸਰਕਾਰਾਂ ਸਭ ਸੁਧਾਰ ਦੇਣਗੇ। ਮਤਲਬ ਜਿਹੜਾ ਦਿੱਲੀ ਦੇ ਵਿੱਚ ਹੋਇਆ ਜੋ ਉਹ ਵਾਕਈ ਦੇ ਵਿੱਚ ਇੱਕ ਏਕੇ ਦੀ ਉਹ ਸੀਗੀ ਮਿਸਾਲ। ਲੋਕਤੰਤਰ ਦਾ ਘਾਣ ਕਰਨ ਦੇ ਲਈ ਸਰਕਾਰਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਵੈਸੇ। ਹਾਂਜੀ ਸਰਕਾਰਾਂ ਦੀ ਤਾਂ ਕੋਈ ਕਸਰ ਨਹੀਂ, ਸਾਡੇ ਲੋਕਾਂ ਦਾ ਵੀ ਹੱਥ ਹੈ ਜੀ। ਲੋਕ ਹੁਣ ਜਿੱਥੇ ਗੱਲ ਨਹੀਂ ਬਣਦੀ ਉੱਥੇ ਕਹਿੰਦੇ ਚਲੋ ਪੈਸੇ ਲਾ ਦਿੰਦੇ ਜੀ, ਪੈਸੇ ਲਾ ਕੇ ਫਿਰ ਆਪਾਂ ਪਹਿਲਾਂ ਆਪ ਦਾ ਘਾਣ ਕਰ ਲੈਂਦੇ ਜੀ, ਫਿਰ ਗਾਂ ਆਪਾਂ ਸਰਕਾਰਾਂ ਨੂੰ ਜ਼ਿੰਮੇਵਾਰ ਦੇਣ ਲੱਗ ਉਮਰ ਬੜੀ ਛੋਟੀ ਹੈ, ਮੈਨੂੰ ਇਹ ਲੱਗਦਾਗਾ ਮੇਰੇ ਵੀਰ ਦੀ ਉਮਰ ਛੋਟੀ ਆ, ਪਰ ਲੇਕਿਨ ਇਹਨੇ ਗੱਲ ਜਿਹੜੀ ਕਹੀ ਹੈ ਨਾ, ਇੱਕ ਭ੍ਰਸ਼ਟਾਚਾਰ ਨੂੰ ਸਾਬਤ ਕਰਨ ਦੇ ਵਾਲੀ ਗੱਲ ਕੀਤੀ ਆ। ਅਸੀਂ ਆਪ ਜ਼ਿੰਮੇਵਾਰ ਹਾਂ ਭ੍ਰਸ਼ਟਾਚਾਰ ਕਰਨ ਦੇ ਲਈ। ਅਸੀਂ ਹਰ ਥਾਂ ਦੇ ਉੱਤੇ ਜਾਂਦੇ ਆ ਤਾਂ ਸ਼ਾਰਟਕਟ ਤਰੀਕੇ ਅਪਣਾਉਂਦੇ ਆ ਪੈਸੇ ਕਮਾਉਣ ਦੇ ਤੇ ਨਾਲੇ ਆਪਣੇ ਕੰਮ ਕਰਾਉਣ ਦੇ ਵੀ। ਇਹਦੇ ਲਈ ਸਿਸਟਮ ਬਦਲਣਾ ਪੈਣਾ ਹੈਗਾ। ਤੇ ਗੱਲ ਠੀਕ ਹੈ ਤੁਹਾਡੀ, ਇਹਦੇ ਵਿੱਚ ਇਹ ਕਿਵੇਂ ਭ੍ਰਸ਼ਟਾਚਾਰ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ? ਭ੍ਰਸ਼ਟਾਚਾਰ ਜੀ ਹੁਣ ਆਪਦੇ ਆਪ, ਹਾਂਜੀ ਆਪਦੇ ਆਪ ਤੋਂ ਹੀ ਹੁੰਦੀ ਹੈ ਜੀ। ਕਹਿੰਦੇ ਹੁੰਦੇ ਨੇ ਵੀ ਜੇ ਸਮਾਜ ਸੁਧਾਰਨਾ ਆਪਦੇ ਆਪ ਨੂੰ ਸੁਧਾਰ ਲਓ ਜੀ, ਤੇ ਸਮਾਜ ਆਪੇ ਸੁਧਰ ਜਾਣਾ ਜੀ। ਸਮਾਜ ਨੂੰ ਸੁਧਾਰਨ ਨਾਲ ਅੱਜ ਤੱਕ ਸਮਾਜ ਨੂੰ ਕੋਈ ਸੁਧਾਰ ਨਹੀਂ ਸਕਿਆ ਜੀ। ਜਿਹੜੇ ਬੰਦੇ ਨੇ ਆਪਦੇ ਆਪ ਨੂੰ ਸੁਧਾਰ ਲਈ ਉਹ ਸਮਾਜ ਸੁਧਾਰ ਦੂਗਾ ਜੀ। आप इनके क्लासमेट है? हाँ जी, हम इनके क्लासमेट हैं। कहाँ से आए हैं आप? जी कैंट से, भटिंडा कैंट से। अच्छा, बठिंडा कैंट से हैं आप। हाँ जी। तो देश की सेवा करते हैं आपके पिताजी? हाँ जी। तो देश की सेवा आप भी करना चाहते होंगे? हाँ जी ज़रूर करेंगे। किस तरीके से, कोई जरिया तो होगा ना उसका? हाँ जी, अभी देखिए ऐसा है कि जैसे हमारे फादर डिफेंस से बिलोंग करते हैं, तो कहीं ना कहीं हम अब जैसे एक ऑफिसर्स कैटेगरी होती है जो हमारे पापा के रैंक से भी बढ़कर है, तो कहीं ना कहीं हमारे माइंड में आता है कि हम उस रैंक तक, उस मुकाम तक पहुँचे, ताकि ना हमें प्रॉब्लम हो, ना हमारी फैमिली को प्रॉब्लम हो। क्योंकि अभी 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 कोरोना के बाद देश का भी ऐसा हालात हो गया है कि नौकरियाँ कम है पर बंदे ज़्यादा हो गए। नौकरी कम हो गई, बंदे ज़्यादा क्या हो गए? अनार 100 बीमार। हाँ, एक अनार 100 बीमार कह सकते हैं, जिसके कारण मतलब लोग भाग रहे हैं नौकरी के पीछे पर ले कोई नहीं पा रहा। 5-5 हजार रुपए में काम करने के लिए तैयार हो गए हैं बीटेक इंजीनियर तक। हाँ हाँ, बिल्कुल सही बोल रहे हैं, बिल्कुल सही बोल रहे हैं। हाँ बिल्कुल सही तो बोल रहे करना क्या चाहिए सरकारों को? हैं। सरकार को पहली बात तो ये जॉब का है, वैकेंसी वगैरह ये ज़्यादा निकालनी चाहिए, जो कि मतलब वैकेंसी कहाँ से होगी? पंजाब के खजाना मंत्री कहते हैं कि पंजाब का खजाना खाली है, पर लेकिन खजाना खाली है तो नौकरियां कहाँ से होगी? अभी तो फिलहाल लोगों ने ये भी कहना शुरू कर दिया कि जो बिजली के बिल माफ़ कर रहे हो उसके लिए पैसे कहाँ से आएंगे? सवाल ये भी है। तो इस पे मैं बस यही कहूँगा कि जैसे मेरे को नौकरी लेनी है तो मेरे अंदर एक पोटेंशियल है, मेरे अंदर एक सोच है, पर ऐसा नहीं है ना कि मतलब जो नौकरी मैं चाहूँ मिल ही जाए। तो मतलब लोगों की अलग अलग स्किल के हिसाब से अलग अलग नौकरी, मतलब अलग वैकेंसी प्रोवाइड करनी चाहिए कि अगर आप में कुछ अलग क्षमता है उसकी आप उसका मतलब गवर्नमेंट ने वो चीज़ में आपको मतलब वैकेंसी नहीं निकाली तो आप वो नहीं कर पाओगे, तो आप एक अनएम्प्लॉयमेंट बन के रह जाओगे, जो कि बहुत बड़ी प्रॉब्लम है। ਦੇਖੀਏ ਬਹੁਤ ਸੋਹਣੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ। ਕੈਂਟ ਦੇ ਵਿੱਚ ਸਟੂਡੈਂਟ, ਕੈਂਟ ਤੋਂ ਨੇ ਇਹ ਸਟੂਡੈਂਟ ਨੇ ਇੱਥੇ, ਤੇ ਫਿਲਹਾਲ ਜਿਹੜੇ ਬੱਚੇ ਨੇ, ਸਟੂਡੈਂਟਸ ਨੇ, ਉਹਨਾਂ ਦਾ ਬ੍ਰੇਨ ਡਰੇਨ ਹੋ ਰਿਹਾ ਹੈਗਾ। ਵਿਦੇਸ਼ਾਂ ਵੱਲ ਨੂੰ ਅਪਰੋਚ ਕਰ ਰਹੇ ਨੇ ਬੱਚੇ, ਆਪਣੇ ਮਾਪਿਆਂ ਨੂੰ ਛੱਡ ਕੇ, ਬਜ਼ੁਰਗਾਂ ਨੂੰ ਛੱਡ ਕੇ। ਬਜ਼ੁਰਗ ਇੱਥੇ ਹੁੰਦੇ ਨੇ ਤੇ ਫੋਨ ਆਉਂਦਾਗਾ ਕਿ ਤੁਹਾਡੇ ਘਰ ਦੇ ਵਿੱਚ ਆਹ ਦਿੱਕਤ ਹੋ ਗਈ, ਤੇ ਜਦੋਂ ਦਿੱਕਤ ਹੋ ਜਾਂਦੀ ਹੈਗੀ ਤਾਂ ਉਸ ਤੋਂ ਬਾਅਦ ਉੱਥੋਂ ਆਉਣਾ ਵੀ ਮੁਸ਼ਕਿਲ ਹੋ ਜਾਂਦਾ ਹੈਗਾ। ਮਾਪਿਆਂ ਲਈ ਸਹਾਰਾ ਕੌਣ ਹੈ? ਇੱਕ ਬੱਚਾ ਜਿਹੜਾ ਹੁੰਦਾ ਨਾ, ਉਹ ਮਾਪਿਆਂ ਦੇ ਲਈ ਇੱਕ ਉਮੀਦ ਹੁੰਦਾਗਾ ਕਿ ਸਾਡਾ ਨਾਂ ਰੋਸ਼ਨ ਕਰੂਗਾ, ਪਰ ਲੇਕਿਨ ਜਦੋਂ ਬੁਢਾਪਾ ਆਉਂਦਾਗਾ ਨਾ ਤਾਂ ਫਿਰ ਬਹੁਤ ਔਖਾ ਹੁੰਦਾਗਾ ਬੱਚੇ ਨੂੰ ਦੂਰ ਭੇਜਣਾ। ਪਰ ਲੇਕਿਨ ਅੱਜ ਸਰਕਾਰਾਂ ਤੇ ਸਾਡਾ ਸਿਸਟਮ ਜਿਹੜਾ ਹੈਗਾ ਨਾ ਉਹ ਬਿਲਕੁਲ ਖਰਾਬ ਹੋ ਚੁੱਕਿਆ। ਯੂਥ ਕੀ ਕਹਿੰਦਾਗਾ? ਇਹ ਫੇਰ ਮੁੜ ਕੇ ਤੁਹਾਡੇ ਦਰਾਂ ਤੇ ਆਉਣਗੇ, ਫੇਰ ਤੁਹਾਡੇ ਦਰਵਾਜ਼ੇ ਖੜਕਾ ਕੇ ਕਹਿਣਗੇ ਬਾਈ ਜੀ ਇਸ ਵਾਰੀ ਫੇਰ ਖਿਆਲ ਰੱਖਿਓ। ਹਰ ਸਾਲ, ਹਰ 5 ਸਾਲ ਬਾਅਦ ਇਦਾਂ ਹੀ ਹੁੰਦਾਗਾ। ਹਰ ਲੀਡਰ, ਹਰ ਪਾਰਟੀਆਂ ਦੇ ਲੀਡਰ ਤੁਹਾਡੇ ਦਰਵਾਜ਼ੇ ਤੇ ਆਉਂਦੇ ਨੇ ਤੇ ਤੁਹਾਨੂੰ ਵੋਟਾਂ ਪਾਉਣ ਦੇ ਲਈ ਕਹਿੰਦੇ ਨੇ। ਵੋਟਾਂ ਜਿਹੜੀਆਂ ਨੇ ਉਹ ਕਿੱਦਾਂ ਹੁੰਦੀਆਂ ਨੇ ਉਸ ਨੂੰ ਲੈ ਕੇ ਬੜਾ ਸਵਾਲ ਹੈ। ਹਰ ਸਵਾਲ ਦਾ ਜਵਾਬ ਯੂਥ ਸਾਡਾ ਦੇਣ ਦੇ ਲਈ ਤਿਆਰ ਹੈ, ਪਰ ਲੇਕਿਨ ਇੱਥੇ ਸਿਆਸਤ ਜਿਹੜੀ ਹੈਗੀ ਉਹ ਵੱਖਰੇ ਮੁੱਦਿਆਂ ਤੇ ਹੋ ਰਹੀ ਹੈਗੀ। ਪੰਜਾਬ ਦੇ ਵਿੱਚ ਚਿੱਟਾ ਵਿਕਦਾ, ਕਹਿੰਦੇ ਕਿ ਚਿੱਟਾ ਬੰਦ ਕਰਵਾ ਦੇਵਾਂਗੇ। ਪੰਜਾਬ ਦੇ ਵਿੱਚ ਆਟਾ ਦਾਲ ਸਕੀਮ, ਤੁਹਾਨੂੰ ਫ੍ਰੀ ਰਾਸ਼ਨ ਦੇ ਦੇਵਾਂਗੇ। ਇਹੋ ਜਿਹੇ ਮੁੱਦੇ ਹੁੰਦੇ ਨੇ ਪੰਜਾਬ ਦੇ ਵਿੱਚ ਤੇ ਅਸੀਂ ਵੋਟਾਂ ਪਾਉਣ ਦੇ ਲਈ ਤਿਆਰ ਹੋ ਜਾਂਦੇ ਨੇ। ਅਸਲ ਮੁੱਦੇ ਕੀ ਨੇ ਪੰਜਾਬ ਦੇ?
ਰੀੜ ਦੀ ਹੱਡੀ ਯੂਥ ਕੀ ਕਹਿੰਦਾ ਹੈਗਾ। ਬਾਈ ਜੀ ਹੋਰੀ ਮੌਜੂਦ ਨੇ। ਬਾਈ ਜੀ ਗੱਲ ਕਰ ਰਹੇ ਸੀਗੇ ਆਪਾਂ ਇਸੇ ਮੁੱਦੇ ਨੂੰ ਲੈ ਕੇ। ਆਈਲੈਟਸ ਤੁਸੀਂ ਕੀਤੀ ਹੈਗੀ, ਆਈਲੈਟਸ ਕਰਕੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋਗੇ। ਤੁਸੀਂ ਇਹ ਗੱਲ ਕਰ ਰਹੇ ਸੀ ਕਿ ਬਾਹਰ ਕਿਉਂ ਜਾਣਾ ਚਾਹੁੰਦੇ ਹੋਗੇ ਕਿ ਸਿਸਟਮ ਹੈ ਨਹੀਂਗਾ ਇੱਥੇ। ਸਿਸਟਮ ਹੋਣਾ ਕੀ ਚਾਹੀਦਾ ਹੈਗਾ, ਇਹ ਦੱਸੋ ਪਹਿਲਾਂ। ਸਿਸਟਮ ਚਾਹੀਦਾ ਜੀ, ਸਰਕਾਰ ਨੂੰ ਸਹੂਲਤ ਚਾਹੀਦੀ ਹੈ, ਬੱਚੇ ਨੂੰ ਆਪਣੇ ਜ਼ਿੰਦਗੀ ਜਿਹੜਾ ਅਗਲਾ ਆਪਣਾ ਆਉਣ ਵਾਲਾ ਸਮਾਂ ਹੈ ਉਹ ਸਿਕਿਉਰ ਚਾਹੀਦਾ ਹੈ ਜੀ, ਵੀ ਸਾਨੂੰ ਅੱਗੇ ਜਾ ਕੇ ਕੋਈ ਤਕਲੀਫ ਨਾ ਹੋਏ। ਹੁਣ ਅਸੀਂ ਪੜ੍ਹ ਤਾਂ ਲੈਂਦੇ ਹੈਗੇ ਆਪਾਂ ਸਾਰੇ ਹਨਾ, ਪਰ ਪੜ੍ਹਾਈ ਕਰਕੇ ਰੁਜ਼ਗਾਰ ਨਹੀਂ ਮਿਲਦਾ ਗਾ। ਹਾਂਜੀ ਹਾਂਜੀ, ਰੁਜ਼ਗਾਰ ਜਿਹੜਾ ਉਹ ਅੱਜ ਦੇ ਸਮੇਂ ਵਿੱਚ ਇੱਥੇ ਸਰਕਾਰਾਂ ਦੇ ਤੌਰ ਤਰੀਕੇ ਜਿਹੜੇ ਗਲਤ ਨੇ। ਅੱਜ ਦੇ ਨੌਜਵਾਨਾਂ ਵਾਸਤੇ ਮਤਲਬ ਰੁਜ਼ਗਾਰ ਲੈਣਾ ਜਿਹੜਾ ਬਹੁਤ ਮੁਸ਼ਕਿਲ ਹੈ। ਉੱਥੇ ਕੀ ਕਰਾਂਗੇ ਫਿਰ ਆਪਾਂ ਕੈਨੇਡਾ ਜਾ ਕੇ? ਉੱਥੇ ਵੀ ਇਦਾਂ ਹੀ ਹੈ ਜੀ, ਪਹਿਲਾਂ ਸਟੱਡੀ ਕਰਾਂਗੇ ਆਪਣੀ, ਨਾਲ ਕੋਈ ਆਪਣਾ ਕੰਮ ਵੀ ਕਰਾਂਗੇ, ਵੀ ਖਰਚਾ ਪਾਣੀ ਵੀ ਕੱਢਣਾ ਪੈਣਾ ਜੀ, ਤੇ ਸਟੱਡੀ ਕਰਕੇ ਫਿਰ ਵਧੀਆ ਆਪਣਾ ਉੱਥੇ ਸੈਟਲ ਹੋਵਾਂਗੇ। ਮਤਲਬ ਉੱਥੇ ਇੱਕ ਵੈਸੇ ਕਹਿੰਦੇ ਆ ਕਿ ਵੀ ਸਿਸਟਮ ਜਿਹੜਾ ਹੈਗਾ ਉਧਰ ਦਾ ਬਸ ਇਹੀ ਆ ਕਿ ਵੀ ਚੰਗਾ ਲੱਗਦਾ ਗਾ ਉੱਥੇ ਜਾ ਕੇ ਰਹਿਣਾ। ਉੱਥੇ ਕੋਈ ਇਦਾਂ ਦੀ ਪਰੇਸ਼ਾਨੀਆਂ ਨਹੀਂ ਹੁੰਦੀ ਹੈਗੀ। ਉੱਥੇ ਜਦੋਂ ਚਾਰ ਲੋਕ ਖੜਦੇ ਨੇ ਆਪਸ ਦੇ ਵਿੱਚ ਤਾਂ ਇਹ ਤਾਂ ਨਹੀਂ ਗੱਲ ਹੁੰਦੀ ਕਿ ਉੱਥੇ ਕਿ ਵੀ ਇੱਥੇ ਦਾ ਐਮਐਲਏ ਵੀ ਤੁਹਾਡੇ ਵਾਸਤੇ ਕੀ ਕਰੂਗਾ, ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਸਿਆਸਤ ਦੀਆਂ ਉੱਥੇ? ਨਹੀਂ ਜੀ, ਉੱਥੇ ਕੋਈ ਇਦਾਂ ਦੀ ਕੋਈ ਖਾਸ ਗੱਲ ਨਹੀਂ ਹੁੰਦੀ। ਸਾਰੇ ਆਪੋ ਆਪਣਾ ਕੰਮ ਦੇ ਵਿੱਚ ਰੁੱਝੇ ਹੁੰਦੇ ਆ, ਵੀ ਸਾਰਿਆਂ ਕੋਲ ਆਪੋ ਆਪਣਾ ਕੰਮ ਹੈ, ਸਾਰਿਆਂ ਨੇ ਆਪੋ ਆਪਣਾ ਕਰਨਾ, ਆਪੋ ਆਪਣਾ ਖਾਣਾ। ਤੇ ਜੇ ਕੋਈ ਇਦਾਂ ਸਰਕਾਰ ਦੇ ਉਧਰ ਦੀ ਕੋਈ ਸਰਕਾਰ ਇੰਨੀ ਮਾੜੀ ਹੈ ਹੀ ਨਹੀਂ ਵੀ ਕੋਈ ਉਹਦੇ ਬਾਰੇ ਕੋਈ ਗਲਤ ਗੱਲ ਕਰੇ, ਜਾਂ ਵਧੀਆ ਕਾਨੂੰਨ ਨੇ ਉਹਨਾਂ ਦੇ ਸਾਰਿਆਂ ਦੇ, ਤੇ ਵਧੀਆ ਪਰਿਵਾਰ ਸਾਰੇ ਰਹਿੰਦੇ। ਮਤਲਬ ਕਾਨੂੰਨ ਵਿਵਸਥਾ ਹੈਗੀ ਹੈ। ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਅਹਿਮ ਸਵਾਲ ਹੈ ਕਿ ਇੱਥੇ ਆਮ ਆਦਮੀ ਪਾਰਟੀ ਹੁਣ ਪੰਜਾਬ ਦੇ ਵਿੱਚ ਇਹ ਦਾਅਵੇ ਕਰਦੀ ਹੈ ਕਿ ਇੱਥੇ ਅਸੀਂ ਐਸਐਚਓ ਰਾਜ ਖਤਮ ਕਰ ਦੇਣਾ ਹੈਗਾ। ਐਸਐਚਓ ਰਾਜ ਜਿਹੜਾ ਹੁੰਦਾ ਗਾ ਨਾ, ਉਹ ਕਿਤੇ ਨਾ ਕਿਤੇ ਯੂਥ ਦੇ ਲਈ ਇੱਕ ਡਰਾਵਾ ਹੁੰਦਾ ਗਾ ਵੀ ਇੱਥੇ ਆਹ ਕਰ ਦਿਆਂਗੇ ਅਸੀਂ, ਉਹ ਕਰ ਦਿਆਂਗੇ। ਬੜੇ ਵੱਡੇ ਦਾਅਵੇ ਹੁੰਦੇ ਨੇ, ਇਹ ਲੋਕਾਂ ਨੂੰ ਚਾਹੀਦੇ ਨਹੀਂ ਹੁੰਦੇਗੇ। ਅਸਲ ਦੇ ਵਿੱਚ ਯੂਥ ਕੀ ਚਾਹੁੰਦਾ? ਬਾਈ ਜੀ ਕੀ ਨਾਮ ਹੈ ਤੁਹਾਡਾ? ਅਭਿਜੀਤ ਸਿੰਘ ਸੰਧੂ। ਯੂਥ ਕੀ ਚਾਹੁੰਦਾ ਗਾ? ਬਾਈ ਜੀ ਮੈਂ ਤੁਹਾਨੂੰ ਹੁਣ ਸੁਣ ਵੀ ਰਿਹਾ ਸੀ, ਇੱਥੇ ਤੁਸੀਂ ਇੱਕ ਬੜਾ ਸਰਕਾਰ ਨੂੰ ਪਿਨ ਪੁਆਇੰਟ ਕਰਕੇ ਕਹਿ ਰਹੇ ਹੋ ਵੀ ਜੋ ਹੋ ਰਿਹਾ ਸਰਕਾਰ ਦੀ ਗਲਤੀ ਹੈ। ਕਿਤੇ ਨਾ ਕਿਤੇ ਜਿੱਥੋਂ ਤੱਕ ਮੈਂ ਮੰਨਦਾ, ਆਪਾਂ ਨੂੰ ਆਪ ਦੇ ਅੰਦਰ ਝਾਤੀ ਮਾਰਨ ਦੀ ਵੀ ਲੋੜ ਹੈ। ਆਮ ਇੱਕ ਜ਼ਿੰਦਗੀ ਨੂੰ ਚੰਗਾ ਬਣਾਉਣ ਵਾਸਤੇ 3 ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ: ਰੋਟੀ, ਕੱਪੜਾ, ਮਕਾਨ। ਹੁਣ ਇਹਦੇ 'ਚ ਰੋਟੀ 'ਚ ਆਪਾਂ ਜੇ ਇਨਕਲੂਡ ਕਰੀਏ, ਰੋਟੀ ਕਮਾਉਣ ਦਾ ਸਾਧਨ, ਉਹਨੂੰ ਸਕਿੱਲਸ ਕਹਿ ਲਓ। ਉਦੋਂ ਬਾਅਦ ਜੇ ਖਾ ਲਈ ਰੋਟੀ ਤਾਂ ਕਿਤੇ ਬਿਮਾਰ ਹੋ ਗਏ ਤਾਂ ਹਸਪਤਾਲ, ਤੇ ਗਾਂਹ ਆਉਣ ਵਾਲੀ ਪੀੜ੍ਹੀ ਵਾਸਤੇ ਐਜੂਕੇਸ਼ਨ। ਹੁਣ ਦੇਖੋ, ਹੈਲਥ ਕੇਅਰ, ਐਜੂਕੇਸ਼ਨ, 2 ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਜਿਹੜੀਆਂ ਹਰੇਕ ਵਾਸਤੇ ਹੋਣੀਆਂ ਚਾਹੀਦੀਆਂ। 2 ਚੀਜ਼ਾਂ ਹੋਣਗੀਆਂ, ਬੱਚੇ ਕੋਲੇ ਸਕਿੱਲ ਹੋਊਗਾ, ਉਹ ਕਮਾ ਪਾਊਗਾ। ਬੱਚੇ ਕੋਲੇ ਹੈਲਥ ਕੇਅਰ ਫੈਸਿਲਿਟੀਜ਼ ਹੋਣਗੀਆਂ, ਉਹਨੂੰ ਆਪਦੇ ਮਾਪਿਓ ਦੀ ਟੈਨਸ਼ਨ ਨਹੀਂ ਹੋਣੀ, ਆਪਦੀ ਟੈਨਸ਼ਨ ਨਹੀਂ ਹੋਣੀ। ਹੁਣ ਦੇਖੋ, ਆਪਣੇ ਬਠਿੰਡੇ ਆਪਾਂ ਖੜ੍ਹੇ ਹਾਂ, ਇੱਥੇ ਏਮਸ ਖੁੱਲ੍ਹ ਗਿਆ, 10 ਰੁਪਏ ਦੀ ਪਰਚੀ ਕੱਟਦੇ ਆ, ਜੇ ਰੀਵਿਜ਼ਿਟ ਜਾਂਦੇ ਹੋ ਤਾਂ ਉਹ ਵੀ ਨਹੀਂ ਕੱਟਦੇ। ਇੱਕ ਸਟੈਪ ਚੱਕਿਆ ਗਿਆ। ਆਪਾਂ ਪੋਲੀਟਿਕਸ ਨੂੰ ਮੁੱਦਾ ਇੰਨਾ ਜ਼ਿਆਦਾ ਬਣਾ ਦਿੰਦੇ ਆ, ਫਲਾਣੇ ਨੇ ਆਹ ਕਹਿਤਾ, ਧਮਕੇ ਨੇ ਆਹ ਕਹਿਤਾ। ਆਪਾਂ ਆਹ ਮੁੱਦੇ ਕਿਉਂ ਨਹੀਂ ਬਣਾਉਂਦੇ ਵੀ ਜਿੱਥੇ ਐਜੂਕੇਸ਼ਨ ਹੈ? ਚਲੋ ਆਹ 2 ਗੱਲਾਂ ਤਾਂ ਹੋ ਗਈਆਂ। ਹੁਣ ਮੈਂ ਤੁਹਾਨੂੰ ਇੱਕ ਹੋਰ ਦੱਸਦਾ, ਬਾਹਰ ਜਾਣ ਦੀ ਗੱਲ। ਯੂਥ ਬਾਹਰ ਚੱਲਿਆ। ਇੱਥੋਂ ਤੁਸੀਂ ਡਾਟਾ ਚੱਕ ਲਓ, ਆਪਣੇ ਜਿੰਨੇ ਗ੍ਰੈਜੂਏਟ ਕਰਦੇ ਆ ਬੱਚੇ, ਉਹ 'ਚੋਂ ਕਿੰਨੇ ਇੰਪਲੋਏਬਲ ਹੈ, ਉਹਨਾਂ ਕੋਲ ਸਕਿੱਲਸ ਕੀ ਨੇ? ਪਾਸ ਆਊਟ ਹੋ ਜਾਂਦੇ ਆ, ਸਕਿੱਲ ਆਉਂਦੀ ਨਹੀਂ ਹੁੰਦੀ, ਤੇ ਜੋਬ ਕਿੱਥੋਂ ਮਿਲੂਗੀ ਫਿਰ? ਆਪਣੀ ਜਿਹੜੇ ਅੱਜ ਵੀ ਜਿਹੜੇ ਹੁੰਦੇ ਟਾਈਮ ਦੇ ਹਿਸਾਬ ਨਾਲ ਬੱਚੇ ਪਾਸ ਹੁੰਦੇ ਨੇ ਗ੍ਰੈਜੂਏਸ਼ਨ, ਉਹ ਆਪਦੇ ਜਿਹੜੇ ਸਬਜੈਕਟਸ ਨੇ ਉਹਨਾਂ ਨੂੰ ਵਰਲਡ ਆਰਡਰ ਕਿਸ ਹਿਸਾਬ ਨਾਲ ਚੱਲ ਰਿਹਾ, ਕਿਹੜੀ ਸਕਿੱਲਸ ਦੀ ਜ਼ਰੂਰਤ ਵੱਧ ਰਹੀ ਹੈ, ਜਿਹੜੇ ਉਸ ਢੰਗ ਨਾਲ ਪੜ੍ਹਦੇ ਆਪਦਾ, ਚਾਹੇ ਉਹ ਔਨਲਾਈਨ ਹੀ ਕਿਉਂ ਨਾ ਕੋਈ ਸਿੱਖ ਰਹੇ ਹੋਣ। ਅੱਜ ਕੱਲ੍ਹ ਤਾਂ ਸਕਿੱਲ ਸ਼ੇਅਰ ਵਰਗੀਆਂ ਇੰਨੀਆਂ ਚੀਜ਼ਾਂ ਹੋ ਗਈਆਂ ਨੇ ਔਨਲਾਈਨ, ਤੁਸੀਂ ਉਹਨਾਂ ਨੂੰ ਵੇਖੋ, ਸਰਚ ਕਰੋ ਤੇ ਸਕਿੱਲਸ ਲਿਆਓ, ਤੇ ਤੁਹਾਡੇ ਸਕਿੱਲ ਹੈਗਾ, ਤੁਹਾਨੂੰ ਕਿਉਂ ਨਾ ਨੌਕਰੀ ਮਿਲੂਗੀ, ਜਾਂ ਤੁਸੀਂ ਆਪਦਾ ਕੰਮ ਕਰਨ ਲਈ ਕਿਉਂ ਨਾ ਹੋਵੋਗੇ ਆਪਣੇ। ਵੀਰ ਜੀ ਚਲੋ ਬਹੁਤ ਚੰਗੀਆਂ ਤੁਸੀਂ ਗੱਲਾਂ ਕਰ ਰਹੇ ਹੋ। ਇੱਥੇ ਇੱਕ ਆਪਾਂ ਗੱਲ ਇੱਕ ਹੋਰ ਅਹਿਮ ਰੱਖ ਦਿਆਂਗੇ। ਯੂਥ ਚਾਹੁੰਦਾ ਗਾ ਕਿ ਸਾਡੇ ਵਾਸਤੇ ਅਸੀਂ ਆਈਟੀ ਸਟਰੀਮ ਦੇ ਵਿੱਚ ਐਮਐਸਸੀ ਕਰ ਲਈ, ਸਪੋਜ਼ ਕਰਦੇ ਹਾਂਗੇ ਅਸੀਂ ਆਈਟੀ ਸਟਰੀਮ ਦੇ ਵਿੱਚ ਅਸੀਂ ਐਮਐਸਸੀ ਕਰਕੇ ਦੈਨ ਉਸ ਤੋਂ ਬਾਅਦ ਸਾਨੂੰ ਚੰਡੀਗੜ੍ਹ, ਬੈਂਗਲੌਰ ਜਾਂ ਫਿਰ ਅਦਰ ਸਾਨੂੰ ਥਾਂ ਦੇ ਉੱਤੇ ਜਾਣਾ ਪੈਂਦਾ ਹੈਗਾ। ਪੰਜਾਬ ਦੇ ਵਿੱਚ ਆਈਟੀ ਦੇ ਵਿੱਚ ਕੋਈ ਇੰਡਸਟਰੀਜ਼ ਨਹੀਂ ਹੈਗੀ। ਪੰਜਾਬ ਦੇ ਵਿੱਚ ਤੁਹਾਡੇ ਤੁਸੀਂ ਬੀਟੈਕ ਕੀਤੀ ਵੀ ਹੈ, ਸਿਵਲ ਦੇ ਵਿੱਚ ਕੀਤੀ ਵੀ ਹੈ, ਕਿ ਤੁਹਾਨੂੰ ਚਾਹੀਦਾ ਕਿ ਤੁਹਾਡੇ ਸਿਵਲ ਇੰਜੀਨੀਅਰਿੰਗ ਦੇ ਇੱਥੇ ਮੌਕੇ ਹੋਣੇ ਚਾਹੀਦੇ ਨੇ ਤਾਂ ਕਿ ਤੁਸੀਂ ਇੱਥੇ ਆਪਣਾ ਪਰਿਵਾਰ ਦੇ ਵਿੱਚ ਰਹਿ ਕੇ ਕਰ ਸਕੋ। ਅੱਜ ਪੰਜਾਬ ਤੋਂ ਬਾਹਰ ਜਾਣਾ, ਭਾਵੇਂ ਉਹ ਵਿਦੇਸ਼ 'ਚ ਜਾਣਾ, ਭਾਵੇਂ ਉਹ ਅਦਰ ਸੂਬੇ 'ਚ ਜਾਣਾ, ਕਿਉਂ ਜ਼ਰੂਰਤ ਪੈਂਦੀ ਹੈਗੀ? ਉਹਦੇ ਲਈ ਸਰਕਾਰਾਂ ਕੀ ਕਰ ਸਕਦੀਆਂ ਨੇ? ਸਵਾਲ ਇਹ ਹੈ, ਸਰਕਾਰਾਂ ਨੂੰ ਕੀ ਕਰਨਾ ਚਾਹੀਦਾ? ਯੂਥ ਚਾਹੁੰਦਾ ਕੀ ਹੈ? ਰੁਜ਼ਗਾਰ ਚਾਹੁੰਦਾ ਨਾ। ਇਹਦਾ ਵੀ ਜਵਾਬ ਦਿੰਦਾ ਤੁਹਾਨੂੰ। ਹੁਣ ਤੁਸੀਂ ਪੰਜਾਬ ਨੂੰ ਇੱਕ ਦੇਸ਼ ਮੰਨਦੇ ਹੋ ਕਿ ਇੱਕ ਸੂਬਾ ਮੰਨਦੇ ਹੋ? ਭਾਰਤ ਇੱਕ ਦੇਸ਼ ਹੈ। ਭਾਰਤ ਦੇ ਆਪਾਂ ਰਹਿੰਦੇ ਹਾਂ, ਆਪਾਂ ਪੰਜਾਬ ਦੇ ਵਾਸੀ ਹਾਂ ਕਿ ਭਾਰਤ ਦੇ ਵਾਸੀ ਹਾਂ? ਸਿਟੀਜ਼ਨ ਆਫ ਇੰਡੀਆ ਵੱਜਦੇ ਆ ਨਾ ਆਪਾਂ। ਫਿਰ ਉਹ ਜਿੱਥੇ ਮਰਜ਼ੀ ਜਾ ਕੇ ਆਪਾਂ ਨੂੰ ਕੰਮ ਮਿਲੇ, ਜੇ ਕਿਤੇ ਓਪਰਚੁਨਿਟੀ ਜ਼ਿਆਦਾ ਹੈ
ਤਾਂ ਉੱਥੇ ਜਾ ਕੇ ਕੰਮ ਕਰਨ 'ਚ ਹਰਜ਼ ਕੀ ਹੈ? ਹਰਜ ਕੁਛ ਨਹੀਂਗਾ। ਸਵਾਲ ਦਾ ਜਵਾਬ ਇਹ ਆ ਕਿ ਵੀ ਪੰਜਾਬ ਸਰਕਾਰ ਅਲੱਗ ਆ, ਵਿਧਾਨ ਸਭਾ ਇੱਕ ਮੇਰੀ ਗੱਲ ਸੁਣੋ ਵੀ ਪੰਜਾਬ ਦੇ ਵਿੱਚ ਜਿਹੜੀ ਟੈਰੀਟਰੀ ਪੰਜਾਬ ਦੀ ਹੈ ਉਸ ਦੇ ਵਿੱਚ ਜੇਕਰ ਸਰਕਾਰ ਪੰਜਾਬ ਸਰਕਾਰ ਚਾਹੇ, ਹਜੇ ਚੋਣਾਂ ਐਮਪੀ ਦੀ ਨਹੀਂ ਨੇ, ਚੋਣਾਂ ਐਮਐਲਏ ਦੀ ਨੇ, ਆਪਾਂ ਉਸ ਦੇ ਉੱਤੇ ਆ ਜਾਂਦੇ ਹਾਂ ਕਿ ਐਮਐਲਏ ਤੁਹਾਡੇ ਹਲਕੇ ਦੇ ਵਿੱਚ ਕਿੱਦਾਂ ਦੇ ਵਿਕਾਸ ਕਰਦੀ ਹੈਗੀ, ਕਿੱਦਾਂ ਦੀ ਡਿਵੈਲਪਮੈਂਟ ਲੈ ਕੇ ਆਉਂਦੀ ਹੈ ਤੁਹਾਡੇ ਵਾਸਤੇ। ਕੀ ਤੁਸੀਂ ਬੰਗਲੌਰ ਦੇ ਵਿੱਚ ਚਲੇ ਜਾਓਗੇ ਆਪਣੇ ਮਾਪਿਆਂ ਨੂੰ ਛੱਡ ਕੇ, ਸਪੋਜ਼ ਕਰ ਦਿਆਂਗੇ? ਬਿਲਕੁਲ ਬਾਈ ਜੀ, ਜੇ ਮੈਨੂੰ ਉੱਥੇ ਹੁਣ ਦੇਖੋ ਖੂਹ ਦਾ ਡੱਡੂ ਬਣ ਕੇ ਤਾਂ ਰਹਿਣਾ ਨਹੀਂ ਨਾ ਚਾਹੀਦਾ। ਅਸੀਂ ਬਾਹਰ ਜਾ ਰਹੇ ਆ, ਆਈਲੈਟਸ ਕਰਕੇ ਵੀ ਬਾਹਰ ਜਾਂਦੇ ਆ, ਕਿੰਨੇ ਸਾਲ ਨਹੀਂ ਮੁੜਿਆ ਜਾਂਦਾ ਉੱਥੇ ਜਾ ਕੇ। ਮਿੱਠੀ ਜੇਲ੍ਹ 'ਚ ਫਸਦੇ ਆ ਕਿ ਨਹੀਂ ਫਸਦੇ? ਇੱਥੇ ਤਾਂ ਫੇਰ ਆਪਣਾ ਦੇਸ਼ ਹੈ, ਫਲਾਈਟ ਫੜੋ ਬੰਗਲੌਰ ਤੋਂ 2 ਘੰਟਿਆਂ 'ਚ ਆ ਜਾਾਂਗੇ। ਇੰਨੀ ਤਾਂ ਤਨਖਾਹ ਹੁੰਦੀ ਹੈ ਵੀ 3000 ਦੀ ਫਲਾਈਟ ਲੈ ਕੇ ਦਿੱਲੀ ਉਤਰ ਜਾਓ, ਦਿੱਲੀੋਂ ਟ੍ਰੇਨ ਫੜੋ ਤੇ 4 ਘੰਟਿਆਂ 'ਚ ਇੱਥੇ ਆ ਜਾਓ, 5 ਘੰਟੇ ਜਿੰਨੇ ਲੱਗਦੇ ਆ। ਉਹ ਜ਼ਿਆਦਾ ਚੰਗਾ ਕਿ ਲੱਖ ਦੀ ਟਿਕਟ ਲਾਓ ਤੇ ਬਾਹਰ ਜਾਓ। ਤੁਸੀਂ ਇਹ ਪੋਲਿਟਿਕਸ ਆਪਣੀ ਇੰਨੇ ਕੁ ਜ਼ਿਆਦਾ ਬਾਈ ਜੀ ਉਹਨੂੰ ਹਾਵੀ ਕਰ ਰੱਖਿਆ। ਤੁਸੀਂ ਮੁੱਦਿਆਂ ਤੇ ਗੱਲ ਕਰੋ, ਜਦੋਂ ਘਰੇ ਆਉਂਦੇ ਆ ਪੁੱਛੋ ਕੀ ਹੋ ਰਿਹਾ, ਵੀ ਸਾਨੂੰ ਯਾਰ ਸਕਿੱਲ ਚਾਹੀਦੀਆਂ, ਜਾਂ ਆਪ ਵੀ ਰਿਸਰਚ ਕਰੋ। ਸਾਰਾ ਕੁਝ ਸਰਕਾਰ ਦੇ ਜ਼ਿੰਮੇ ਥੋੜੀ। ਤੁਹਾਡੀ ਗੱਲ ਨੂੰ ਨੈਗਲੈਕਟ ਨਹੀਂ ਕਰ ਰਿਹਾ ਭਾਜੀ, ਮੈਂ ਤੁਹਾਡੀ ਗੱਲ ਨੂੰ ਉਸ ਮੁਤਾਬਕ ਨਹੀਂ ਲੈ ਰਿਹਾਗਾ ਜਿਹੜੇ ਹਿਸਾਬ ਨਾਲ ਤੁਸੀਂ ਸਮਝ ਪਾ ਰਹੇ ਹੋ ਮੇਰੀ ਗੱਲ ਨੂੰ। ਕਿ ਮੇਰਾ ਮੁੱਦਾ ਇਹ ਨਹੀਂ ਹੈ ਕਿ ਤੁਸੀਂ ਇਸ ਚੀਜ਼ ਨੂੰ ਵੀ ਇਹ ਸੋਚ ਰਹੇ ਹੋ ਕਿ ਸ਼ਾਇਦ ਇੱਥੇ ਆਪਣੇ ਗਲਤੀ ਠੀਕ ਹੈ, ਕਿਤੇ ਨਾ ਕਿਤੇ ਯੂਥ ਨੂੰ ਵੀ ਆਪਣਾ ਕਿਰਦਾਰ ਅਹਿਮ ਹੋਣਾ ਚਾਹੀਦਾ ਹੈਗਾ, ਆਪਣੇ ਔਨ ਡਿਪੈਂਡ ਹੋਣਾ, ਸਰਕਾਰਾਂ ਨੂੰ ਨਹੀਂ ਚੱਕਣਾ ਚਾਹੀਦਾ ਹੈਗਾ, ਆਪਣੀ ਰੋਟੀ ਆਪ ਪਕਾਉਣੀ ਪੈਣੀ ਹੈਗੀ। ਪਰ ਲੇਕਿਨ ਇੱਥੇ ਸਵਾਲ ਇਹ ਵੀ ਆਉਂਦਾਗਾ ਇੱਕ ਸਿਸਟਮ ਨੂੰ ਲੈ ਕੇ, ਜੇ ਸਿਸਟਮ ਹੋਊਗਾ ਤਾਂ ਰੋਟੀ ਪਕੂਗੀ। ਇਸ ਗੱਲ ਨੂੰ ਤੁਸੀਂ ਮੰਨਦੇ ਹੋ? ਸਿਸਟਮ ਹੋਊਗਾ ਤਾਂ ਰੋਟੀ ਪੱਕੇਗੀ ਨਾ। ਉਹੀ ਗੱਲ ਹੋ ਗਈ ਨਾ। ਫਿਰ ਆਪਾਂ ਸਰਕਾਰ ਨੂੰ ਕਟਕੈਰੀਜ਼ ਖੜਾ ਕਰੀਏ, ਐਜੂਕੇਸ਼ਨ ਦੇ ਵਾਲੇ ਪਾਸਿਓਂ, ਹੈਲਥ ਵਾਲੇ ਪਾਸਿਓਂ। ਮੈਂ ਉਹੀ ਚਾਹੁੰਦਾ, ਇੰਪੋਰਟੈਂਟ ਮੁੱਦੇ ਹੀ ਨੇ, ਇਹਨਾਂ 'ਚ ਘੇਰੋ। ਅੱਜ ਡਾਕਟਰ ਦੀ ਪੜ੍ਹਾਈ ਕਿੰਨੀ ਮਹਿੰਗੀ ਹੈ? ਡਾਕਟਰ ਦੀ ਪੜ੍ਹਾਈ ਵੀ ਵਧਾਈ ਹੈ, ਫੀਸ ਵੀ ਮੰਨਦੇ ਹੋਗੇ। ਉਸ ਚੀਜ਼ ਨੂੰ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਉਹ 'ਚ ਵੀ ਆਉਣਾ ਚਾਹੀਦਾ ਕੰਮ ਹੈ, ਜਿਹੜੀ ਘਟਾਉਣੀ ਚਾਹੀਦੀ ਹੈ। ਜੋ ਬਾਦਲ ਸਰਕਾਰ ਇੰਜੀਨੀਅਰਿੰਗ ਦੀ ਸਟੱਡੀ ਤੁਸੀਂ ਕਿੰਨੀ ਕੀਤੀ ਹੈਗੀ? ਇੰਜੀਨੀਅਰਿੰਗ ਦੀ ਕਿਹੜੇ ਸਾਲ 'ਚ ਕੀਤੀ? ਮੈਂ 2019 'ਚ। 2019 ਦੇ ਵਿੱਚ ਕਿੰਨਾ ਮਤਲਬ ਤੁਹਾਡਾ ਖਰਚਾ ਆਇਆ? ਮੇਰਾ ਐਵਰੇਜ 50,000 ਸਮੈਸਟਰ ਦੀ ਫੀਸ ਹੁੰਦੀ ਸੀਗੀ, ਲੱਖ ਰੁਪਈਆ ਫੀਸ ਗਈ ਹੈ ਸਾਲ ਦੀ। ਤੇ ਉਹ ਜਿਹੜੇ ਉੱਤੇ ਐਡੀਸ਼ਨਲ ਰਹਿਣ ਸਹਿਣ ਦੇ ਖਰਚੇ, ਮੇਰਾ ਕੋਈ ਹੋਸਟਲ ਦਾ ਖਰਚਾ ਤਾਂ ਹੈ ਨਹੀਂ ਸੀਗਾ। 2 ਲੱਖ ਰੁਪਏ ਮੰਨ ਲਈਏ। ਨਹੀਂ ਲੱਖ ਰੁਪਇਆ ਲਾ ਲਓ, 50,000 ਉੱਤੇ ਲਾ ਲਓ, 1.5 ਲੱਖ ਰੁਪਇਆ ਸਾਲ ਦਾ। 1 ਲੱਖ ਰੁਪਇਆ ਇੱਕ ਆਮ ਘਰ ਦਾ, ਚਲੋ ਮੰਨ ਲਓ ਕਿ ਵੀ ਇੱਕ ਬੱਚਾ ਜੇ ਕੋਈ ਇੰਜੀਨੀਅਰ ਬਣਨਾ ਚਾਹਵੇ ਆਮ ਘਰ ਦਾ, ਜਾਂ ਡਾਕਟਰ ਬਣਨਾ ਚਾਹਵੇ, ਸਕਿੱਲ ਹੈ, ਪੜ੍ਹਨਾ ਚਾਹੁੰਦਾਗਾ, ਪਰ ਲੇਕਿਨ ਉਹਦੇ ਵਾਸਤੇ ਸਿਸਟਮ ਨੇ ਉਹਨੂੰ ਇਜਾਜ਼ਤ ਦੇ ਰਿਹਾ, ਕਿਉਂਕਿ ਉਹਦਾ ਜਿਹੜਾ ਸਿਸਟਮ ਦੀ ਆਪਾਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਨਹੀਂ ਕਰ ਸਕਦਾ ਯਾਰ ਵਾਕਈ ਦੇ ਵਿੱਚ ਇੰਨੀ ਜ਼ਿਆਦਾ ਮਤਲਬ ਫੀਸ ਹੈਗੀ ਆ। ਸਰਕਾਰਾਂ ਨੂੰ ਚਾਹੀਦਾ ਨਹੀਂਗਾ ਇਸ ਨੂੰ ਲੈ ਕੇ, ਅਸੀਂ ਆਵਾਜ਼ ਨਹੀਂ ਬੁਲੰਦ ਕਰ ਸਕਦੇ ਕਿ ਯੂਥ ਨਹੀਂ ਚਾਹੁੰਦਾ। ਆਹ ਮੁੱਦਾ ਕੀਤਾ ਨਾ ਫਿਰ ਕਰਨ ਦਾ, ਇਹੋ ਜਿਹੇ ਮੁੱਦੇ ਆਪਾਂ ਮੂਹਰੇ ਲੈ ਆਹੀ ਮੁੱਦੇ ਅਸੀਂ ਰੱਖ ਰਹੇ ਹਾਂਗੇ। ਮੇਰਾ ਮਕਸਦ ਇਹ ਨਹੀਂ ਹੈਗਾ ਕਿ ਸਰਕਾਰਾਂ ਨੂੰ ਪੜ੍ਹਨਾ, ਜੇਕਰ ਕੋਈ ਸਰਕਾਰ ਚੰਗਾ ਕੰਮ ਕਰੇਗੀ ਤਾਂ ਅਸੀਂ ਉਸ ਨੂੰ ਵੀ ਲੈ ਕੇ ਚੱਲਾਂਗੇ। ਡਾਕਟਰੀ ਤਾਂ ਬਾਈ ਜੀ ਇੱਕ ਆ ਗਿਆ ਨਾ, ਐਕਸਟ੍ਰੀਮ ਹੋ ਗਈ, ਪਰ ਲੇਕਿਨ ਇਸ ਤੋਂ ਇਲਾਵਾ ਕਈ ਹੋਰ ਸਟਰੀਮਸ ਨੇ। ਹੋਰ ਸਟਰੀਮਸ ਦਾ ਪੱਠਾ ਦੇਖੋ ਕਿੰਨਾ ਬੈਠਾ ਆਪਣੇ, ਜਿਹੜਾ ਕਿ ਆਪ ਪਾਇਆ ਆਪਾਂ। ਹੁਣ ਤੁਸੀਂ ਇਹ ਦੇਖੋ, ਨਹੀਂ ਪਾਇਆ ਉਹਦੇ, ਚਾਹੇ ਪੋਲਿਟਿਕਸ ਇਨਵੋਲਵਡ ਹੋਵੇ, ਚਾਹੇ ਟੀਚਰਾਂ ਚੱਜ ਨਾਲ ਨਾ ਪੜਾਉਣ, ਤੇ ਚਾਹੇ ਬੱਚੇ ਵੀ ਨਾ ਪੜ੍ਹਨ ਚੱਜ ਨਾਲ, ਉਹਦੇ ਤਿੰਨੇ ਚੀਜ਼ਾਂ ਇਨਕਲੂਡ ਹੁੰਦੀਆਂ ਨੇ। ਡਾਕਟਰੀ ਪ੍ਰੋਫੈਸ਼ਨ ਇਹੋ ਜਿਹਾ ਵੀ ਇੱਕ ਵਾਰੀ ਚੱਲ ਬਣਨਾ ਔਖਾ, ਮਹਿੰਗੀ ਫੀਸ ਔਖੀ ਹੈ, ਪਰ ਉਹਦੇ ਸਕਿੱਲ ਡਿਵੈਲਪ ਕਰਕੇ ਭੇਜਦੇ ਆ ਬੱਚੇ ਦੀ। ਆਪਾਂ ਇਸ ਚੀਜ਼ ਤੇ ਕਿਉਂ ਨਹੀਂ ਫੋਕਸ ਕਰਦੇ ਵੀ ਜਿਹੜਾ ਬੱਚਾ ਵੀ ਆਪਣੇ ਇੱਥੋਂ ਗ੍ਰੈਜੂਏਟ ਹੋ ਰਿਹਾ, ਉੱਥੋਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ, 2 ਚੀਜ਼ਾਂ ਹੁੰਦੀਆਂ ਕਾਲਜ ਦੇ ਵਿੱਚ, ਇੱਕ ਟੀਚਿੰਗ ਸਟਾਫ, ਇੱਕ ਐਡਮਿਨਿਸਟ੍ਰੇਸ਼ਨ ਸਟਾਫ। ਆਪਣੇ ਟੀਚਿੰਗ ਸਟਾਫ ਨੂੰ ਇੰਨੀਆਂ ਜ਼ਿਆਦਾ ਡਿਊਟੀਆਂ ਦਿੱਤੀਆਂ ਹੁੰਦੀਆਂ ਵੀ ਅੱਧਾ ਕੰਮ ਉੱਧਰ ਉਲਝਦੇ ਨੇ। ਉੱਦਾਂ ਆਪਾਂ ਇਹਨੂੰ ਕਿਉਂ ਨਹੀਂ ਮੂਹਰੇ ਲੈ ਕੇ ਆਉਂਦੇ ਵੀ ਐਡਮਿਨਿਸਟ੍ਰੇਸ਼ਨ ਅੱਡ ਹੋਵੇ, ਟੀਚਿੰਗ ਸਟਾਫ ਅੱਡ ਹੋਵੇ, ਟੀਚਿੰਗ ਆਪਦਾ ਜੱਜ ਕੇ ਕੰਮ ਕਰੇ, ਐਡਮਿਨਿਸਟ੍ਰੇਸ਼ਨ ਆਪਦਾ ਦੇਖ ਰੇਖ ਕਰੇ, ਤੇ ਐਡਮਿਨਿਸਟ੍ਰੇਸ਼ਨ ਦੀ ਇੱਧਰ ਕੋਈ ਲੈ ਲੱਖਾਂ ਹੋਵੇ ਤੇ ਉਹਦੀ ਉੱਧਰ ਨਾ ਲੈ ਲੱਖਾਂ ਹੋਵੇ। ਆਪਣਾ ਕੋਰਸ ਕਰਿਕੂਲਮ ਸਾਰੇ ਡਿਫਾਈਨਡ ਹੁੰਦੇ ਨੇ। ਕੱਲੀ ਫੀਸ ਦਾ ਮੁੱਦਾ ਤੁਹਾਡੀ ਜਿਹੜਾ ਡਾਕਟਰੀ ਦਾ ਹੋ ਗਿਆ ਉਹ ਠੀਕ ਹੈ, ਪਰ ਆਪਣੇ ਉਹਨੂੰ ਇੱਕ ਮੇਰਾ ਸੰਧੂ ਸਾਹਿਬ ਇੱਕ ਮੁੱਦਾ ਇਹੋ ਜਿਹਾ ਹੈਗਾ ਜਿਹੜੀ ਕੜੀ ਨਾਲ ਕੜੀ ਜੁੜਦੀ ਹੈਗੀ। ਕੜੀ ਦੇ ਨਾਲ ਕੜੀ ਕਿੱਦਾਂ ਜੁੜਦੀ ਹੈਗੀ? ਜਿੱਥੋਂ ਅਸੀਂ ਗੱਲ ਕਰ ਰਹੇ ਹਾਂ ਐਜੂਕੇਸ਼ਨ ਸਿਸਟਮ ਦੀ, ਤਾਂ ਉਹਦੇ ਲਈ ਜਿਹੜੇ ਟੀਚਰਸ ਨੇ ਉਹ ਪਹਿਲਾਂ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਕੇ ਆਏ ਹੁੰਦੇ ਨੇ, ਤੇ ਉਹ ਅੱਗੇ ਜਿਹੜੇ ਸਟੂਡੈਂਟਸ ਜਿਹੜੇ ਪੜ੍ਹ ਰਹੇ ਨੇ ਉਹਨਾਂ ਨੂੰ ਇਹੀ ਸਿਸਟਮ ਦੇ ਵਿੱਚ ਲਿਪਤ ਹੋਣਾ ਪੈਂਦਾ ਹੈਗਾ। ਉਹਦੇ ਕਰਕੇ ਸਿਸਟਮ ਉਹਨੂੰ ਇਜਾਜ਼ਤ ਦੇਊਗਾ ਨਾ। ਭ੍ਰਿਸ਼ਟਾਚਾਰ ਵੀ ਮੁੱਦਾ ਇੱਕ ਹੋ ਗਿਆ, ਨੌਜਵਾਨੀ ਨੂੰ ਰੁਜ਼ਗਾਰ ਦਾ ਮੁੱਦਾ ਵੀ ਇੱਕ ਹੋ ਗਿਆ, ਡਾਕਟਰੀ ਦੀ ਫੀਸ ਵੀ ਬਹੁਤ ਜ਼ਿਆਦਾ ਹੈ, ਅਸੀਂ ਸਕਿੱਲ ਵੀ ਵਧਾਉਣੀ ਹੈਗੀ, ਪਰ ਸਕਿੱਲ ਵਧਾਉਣ ਦੇ ਲਈ ਸਿਸਟਮ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਅਸੀਂ ਸਰਕਾਰਾਂ ਨੂੰ ਵੀ ਨਹੀਂ ਭੰਡਣਾ, ਤਾਂ ਫਿਰ ਕਿੱਦਾਂ ਚੱਲੇਗਾ? ਬਾਈ ਜੀ ਭ੍ਰਿਸ਼ਟਾਚਾਰ ਹੈ, ਲੀਡਰ ਕਿੱਥੋਂ ਉੱਠਦੇ ਆ? ਲੀਡਰ ਆਪਣੀ ਸੁਸਾਇਟੀ ਚੋਂ। ਇੱਕ ਮਿੰਟ ਵੱਲ ਦੁਬਾਰਾ ਆਉਣਾਗਾ, ਮੈਂ ਫਿਰ ਗੱਲਬਾਤ ਇਹਨਾਂ ਦੇ ਨੌਜਵਾਨ ਦੇ ਨਾਲ ਕਰਾਂਗਾ। ਦੇਖੋ ਪਰ ਗੱਲਾਂ ਬਹੁਤ ਸਿਆਣੀਆਂ ਕੀਤੀਆਂ ਨੇ। ਸਿਸਟਮ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਅਸੀਂ ਆਪ ਵੀ ਇਨਵੋਲਵ ਹੁੰਦੇ ਆ, ਕਿਰਦਾਰ ਵੀ ਜਿਹੜਾ ਆਪਣਾ ਹੁੰਦਾਗਾ। ਜੀ ਬਿਲਕੁਲ, ਇੱਕ ਤੁਹਾਨੂੰ ਮੈਂ ਥੋੜਾ ਸਮਾਂ ਦੇ ਸਕਦਾਗਾ। ਹਾਂਜੀ, ਹੁਣ ਤੁਸੀਂ ਦੇਖੋ ਲੀਡਰ ਕਿੱਥੋਂ ਉੱਠਦੇ ਆ? ਆਪਣੀ ਸੁਸਾਇਟੀ 'ਚ ਉੱਠਦੇ ਆ। ਕਰਪਸ਼ਨ ਇੱਕ ਇਕੱਲਾ ਉਹਦਾ ਮੁੱਦਾ ਨਹੀਂ ਹੈਗਾ, ਆਪਾਂ ਕਹਿ ਦਈਏ ਪੋਲਿਟਿਕਸ ਦਾ ਮੁੱਦਾ। ਕਰਪਸ਼ਨ ਇੱਕ ਸੁਸਾਇਟਲ ਮੁੱਦਾ, ਜਿਹਦਾ ਜਿੱਥੇ ਦਾ ਲੱਗਦਾ ਉਹ ਕਰਦਾ। ਤਾਂ ਸ਼ੁਰੂਆਤ ਵੀ ਆਪਣੇ ਤੋਂ ਹੀ ਹੁੰਦੀ ਹੈ, ਆਪ ਕਰਦੇ ਆ ਆਪਾਂ। ਹੁਣ ਆਪਾਂ ਨੂੰ ਪਤਾ ਵੀ ਥਾਣੇ ਜਾ ਕੇ 500 ਦੇ ਕੇ ਕੰਮ ਛੇਤੀ ਹੋ ਜਾਊ, ਕਿਉਂ ਦਿੰਦੇ ਹੋ? ਜਿਹੜਾ ਇੱਕ ਸਰਟੀਫਿਕੇਟ ਕਢਾਉਣ ਦਾ ਟਾਈਮ 10 ਦਿਨ ਹੈ,
ਉਹ ਨਾਲ ਕਹਿੰਦਾ ਵੀ ਕਲਰਕ ਮੈਨੂੰ 500 ਦੇ ਤੇ ਮੈਂ ਤੇਰਾ ਹੁਣੇ ਕੱਢ ਦਿੰਦਾ। ਕਿਉਂ ਦਿੰਦੇ ਹੋ? 10 ਦਿਨ ਉਡੀਕ ਨਹੀਂ ਹੁੰਦਾ। ਇਹ ਬਾਈ ਜੀ ਸੋਸਾਈਟਲ ਪ੍ਰੋਬਲਮ ਹੈ। ਨਹੀਂ, ਉਹ ਜਾਣ ਕੇ ਲੇਟ ਉਹ ਕਰਦਾਗਾ, ਉਹ ਇਸ ਕਰਕੇ ਕਰਦਾ, ਉਹਨੂੰ ਪਤਾ ਹੈ ਹਰੇਕ ਚੀਜ਼ ਦਾ ਬਾਈ ਜੀ ਇੱਕ ਟਾਈਮ ਹੁੰਦਾ। ਤੁਸੀਂ ਪਹਿਲਾਂ ਕਿਵੇਂ ਹੋ ਜਾਂਦਾਗਾ? ਆਈਏ ਫਿਰ 500 ਦੇ ਕੇ ਪਹਿਲਾਂ ਕਿਵੇਂ ਹੋ ਜਾਂਦਾ? ਫਿਰ ਜਾਣ ਕੇ ਲੇਟ ਨੰਬਰ ਕੱਟਦੇ ਆ ਵੀ ਬਾਈ ਜੀ ਤੇਰਾ ਲੇਟ ਹੋ ਗਿਆ, ਕੋਈ ਨਹੀਂ ਤੁਸੀਂ 2 ਦਿਨਾਂ ਬਾਅਦ ਆ ਜਾਓ, ਤੁਹਾਡਾ ਕਰ ਦਿੰਨੇ ਆ। ਸਿਸਟਮ ਦੇ ਵਿੱਚ ਦੇਖੋ ਵੈਸੇ ਮੁੱਦੇ ਬਹੁਤ ਨੇ। ਸਿਆਸਤ ਦਾ ਮੁੱਦਾ ਜੇਕਰ ਅਸੀਂ ਕਰੀਏ ਤਾਂ ਬਹੁਤ ਸਾਰਾ ਕੁਝ ਸਿਸਟਮ ਇਦਾਂ ਦਾ ਸਮਝ ਕੇ ਵੀ ਅਸੀਂ ਕੁਝ ਨਹੀਂ ਕਰ ਪਾਉਂਦੇ ਹੈਗੇ, ਕਿਉਂਕਿ ਅਸੀਂ ਬੋਲਦੇ ਨਹੀਂਗੇ। ਕਈ ਵਾਰੀ ਸਾਨੂੰ ਇਹ ਵੀ ਦਿੱਕਤਾਂ ਆ ਜਾਂਦੀਆਂ ਨੇ, ਜੇਕਰ ਅਸੀਂ ਬੋਲਦੇ ਵੀ ਆ ਤਾਂ ਸਾਨੂੰ ਇਹ ਦਿੱਕਤਾਂ ਆਉਂਦੀਆਂ ਕਿ ਅਸੀਂ ਆਪਣਾ ਸਿਸਟਮ ਨੂੰ ਸਵਾਰਨ ਦੇ ਲਈ ਪਹਿਲਾਂ ਸਭ ਤੋਂ ਪਹਿਲਾਂ ਇਹੀ ਸਵਾਲ ਹੁੰਦਾਗਾ ਕਿ ਅਸੀਂ ਆਪ ਦਾ ਪਹਿਲਾਂ ਸਵਾਰੀਏ, ਫਿਰ ਉਸ ਤੋਂ ਬਾਅਦ ਲੋਕਾਂ ਨੂੰ ਵੇਖੀਏ। ਰਾਜਨ ਜੀ ਖੜੇ ਹੋਏ ਨੇ। ਰਾਜਨ ਜੀ, ਬਾਈ ਜੀ, ਸਭ ਤੋਂ ਪਹਿਲਾਂ ਤਾਂ ਇਹੀ ਗੱਲ ਹੈ ਕਿ ਵੀ ਜਿਹੜਾ ਯੂਥ ਬੋਲ ਰਿਹਾ ਸੀਗਾ, ਤੁਸੀਂ ਕਿੱਦਾਂ ਐਨਾਲਾਈਜ਼ ਕਰ ਰਹੇ ਹੋ ਇਸ ਚੀਜ਼ ਨੂੰ? ਦੇਖੋ, ਜੋ ਅੱਜ ਆਪਾਂ ਇੱਥੇ ਇਕੱਠੇ ਹੋਏ ਆ, ਜੋ ਯੂਥ ਦੇ ਵਿਊਜ਼ ਸੀਗੇ ਬਹੁਤ ਵਧੀਆ ਤੇ ਬਹੁਤ ਚੰਗੇ ਵਿਊਜ਼ ਲੱਗੇ ਇਹਨਾਂ ਦੇ। ਸਾਰਿਆਂ ਦੇ ਆਪਦੇ ਅੱਡ-ਅੱਡ ਵਿਊਜ਼ ਸੀਗੇ। ਜਿਵੇਂ ਮੇਰੇ ਨਾਲ ਪਿੱਛੇ ਸੰਦੀਪ ਜੀ ਖੜੇ ਆ, ਇਹਨਾਂ ਨੇ ਦੱਸਿਆ ਕਿ ਜਿਹੜੀ ਆਪਣਾ ਰੇਟ ਹੈ ਆਪਣਾ ਅਨਐਮਪਲੋਇਮੈਂਟ ਦਾ ਪੰਜਾਬ ਦੇ ਵਿੱਚ ਵੀ ਘੱਟੋ ਘੱਟ ਨੀਅਰ ਅਬਾਊਟ 12% ਦੇ ਕਰੀਬ ਹੈ, ਵੀ ਜਿਹੜਾ ਕਿ ਆਪਾਂ ਕਹਿ ਦਈਏ ਵੀ ਗਵਰਨਮੈਂਟ ਦੇ ਜਿਹੜੇ ਐਨਾਲਾਈਜ਼ ਕੀਤਾ ਹੋਇਆ ਉਹ ਹੈ, ਐਨਾਲਿਸਿਸ ਹੈ ਉਹ ਹੈ ਵੀ ਆਮ ਤਾਂ ਦੇਖਿਆ ਜਾਵੇ ਤਾਂ ਇਹ ਜਿਹੜਾ ਅਨਐਮਪਲੋਇਮੈਂਟ ਹੈ ਨੀਅਰ ਅਬਾਊਟ ਮੈਨੂੰ ਲੱਗਦਾ 30-40% ਦੇ ਕਰੀਬ ਹੋਣਾ ਪੰਜਾਬ ਦੇ ਵਿੱਚ। ਜਦੋਂ ਕਿ ਜਿਹੜੀਆਂ ਗਵਰਨਮੈਂਟ ਦੀਆਂ ਸਰਕਾਰਾਂ ਆਉਂਦੀਆਂ ਜੇ ਆਪਾਂ ਕਹੀਏ, ਮੋਦੀ ਸਾਹਿਬ ਆਏ ਸੀਗੇ 2014 ਦੇ ਵਿੱਚ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ 2 ਕਰੋੜ ਨੌਕਰੀਆਂ ਦੇਵਾਂਗਾ ਹਰ ਸਾਲ, ਜਦੋਂ ਕਿ ਨਹੀਂ ਦਿੱਤੀਆਂ ਗਈਆਂ। ਇਹ ਜਿਹੜੀ ਮੈਂ ਮਾਫ ਕਰਨਾ, ਮੈਂ ਇੱਕ ਗੱਲ ਮੈਂ ਤੁਹਾਨੂੰ ਟੋਕਣਾ ਚਾਹਣਾਗਾ ਇੱਥੇ ਕਿ ਤੁਸੀਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੋ, ਤੁਸੀਂ ਯੂਥ ਪ੍ਰਧਾਨ ਹੋ ਜ਼ਿਲ੍ਹਾ ਦੇ। ਹਾਂਜੀ, ਬਠਿੰਡਾ ਜ਼ਿਲ੍ਹੇ ਦੇ ਤੁਸੀਂ ਯੂਥ ਪ੍ਰਧਾਨ ਹੋ। ਤੁਹਾਡਾ ਯੂਥ ਤੁਹਾਡੇ ਨਾਲ ਕਿਹੜੀਆਂ ਮੁੱਦੇ ਨੂੰ ਲੈ ਕੇ ਇੱਥੇ ਚਰਚਾਵਾਂ ਦੇ ਵਿੱਚ ਰਹਿੰਦਾਗਾ? ਕੀ ਹੁੰਦਾਗਾ ਕਿ ਯੂਥ ਨੂੰ ਕਿਹੜੀਆਂ ਮੰਗਾਂ ਨੇ, ਉਹ ਤੁਸੀਂ ਡਿਸਕਸ ਕਰਕੇ ਸਾਨੂੰ ਦੱਸੋ ਕਿ ਵੀ ਕਿਹੜਾ ਅੱਜ ਯੂਥ ਕੀ ਚਾਹੁੰਦਾਗਾ? ਦੇਖੋ, ਯੂਥ ਕੀ ਚਾਹੁੰਦਾ? ਯੂਥ ਚਾਹੁੰਦਾ ਵੀ ਪਹਿਲਾਂ ਤਾਂ ਉਹਨੂੰ ਜਿਹੜੀ ਗਵਰਨਮੈਂਟ ਹੈ ਉਹ ਘੱਟੋ ਘੱਟ ਜਿਹੜੀ ਐਜੂਕੇਸ਼ਨ ਹੈ ਉਹ ਜਿਹੜੀ ਸਰਕਾਰ ਗਵਰਨਮੈਂਟ ਵੱਲੋਂ ਫ੍ਰੀ ਦਿੱਤੀ ਜਾਣੀ ਚਾਹੀਦੀ ਹੈ। ਜਿਹੜਾ ਰਾਮ ਬ੍ਰਹਮਾਸਤਰ ਕੱਢਣ ਜਾ ਰਹੀ ਹੈ ਕਿ ਇਹ ਰੋਜ਼ਗਾਰ ਦੇ ਲਈ ਕਿਉਂਕਿ ਤੁਹਾਡੇ ਕੋਲ ਕੀ ਸਟ੍ਰੈਟਜੀ ਹੈ? ਦੇਖੋ, ਜਿਹੜੀ ਇੱਕ ਰਾਜਨੀਤੀ ਹੁਣ ਤੱਕ 75 ਸਾਲ ਤੋਂ ਦੇਸ਼ ਦੇ ਵਿੱਚ, ਇੰਡੀਆ ਦੇ ਵਿੱਚ ਚੱਲਦੀ ਆ ਰਹੀ ਹੈ, ਉਹ ਇੱਕ ਝੂਠ ਦੀ ਰਾਜਨੀਤੀ ਚੱਲਦੀ ਆ ਰਹੀ ਆਮ ਹੈ। ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਸਿਆਸਤ ਬਦਲ ਦਾਂਗੇ, ਪਰ ਸਿਆਸਤ ਕਿੱਥੇ ਬਦਲੀ ਹੈਗੀ? ਆਮ ਆਦਮੀ ਪਾਰਟੀ ਕਾਂਗਰਸ 'ਚ, ਕਾਂਗਰਸ ਵਾਲੇ ਆਪ 'ਚ, ਤੇ ਆਪਸ ਦੇ ਵਿੱਚ ਹੀ ਚੱਲੀ ਜਾਂਦੇ ਨੇ। ਦੇਖੋ, ਜਿਹੜੇ ਕਈ ਆਪਾਂ ਕਹਿ ਦਈਏ ਵੀ ਇਨਸਾਨ, ਦੇਖੋ ਪਾਰਟੀਆਂ 'ਚ ਕੋਈ ਮਾੜੀਆਂ ਨਹੀਂ ਹੁੰਦੀਆਂ ਗਿਆ, ਪਾਰਟੀ ਚੱਲਦੀ ਹੈ ਬੰਦਿਆਂ ਨਾਲ। ਜੇ ਬੰਦਾ ਚੰਗਾ ਹੈ ਤਾਂ ਉਹਨੇ ਚੰਗੇ ਕਰਮ ਕਰਨੇ ਤਾਂ ਪਾਰਟੀ ਵਧੀਆ ਵੱਜਦੀ ਹੈ। ਜੇ ਆਮ ਆਦਮੀ ਪਾਰਟੀ 'ਚ ਅਰਵਿੰਦ ਕੇਜਰੀਵਾਲ ਚੰਗੇ ਕੰਮ ਕਰ ਰਿਹਾ ਤਾਂ ਪਾਰਟੀ ਦੀ ਛਵੀ ਵੀ ਚੰਗੀ ਹੈ। ਜੇ ਕਾਂਗਰਸ ਜਾਂ ਅਕਾਲੀ ਦਲ 'ਚ ਜਿਹੜੇ ਇੱਥੋਂ ਦੇ ਫੇਸਿਸ ਹੈਗੇ ਆ ਉਹ ਮਾੜੇ ਕੰਮ ਕਰਦੇ ਆ, ਕਰਪਸ਼ਨ ਕਰਦੇ ਆ। ਤੁਹਾਡੀ ਪਾਰਟੀ ਜਿਹੜੀ ਹੈਗੀ ਮੈਂ ਉਹੀ ਗੱਲ ਤੇ ਆ ਰਿਹਾ ਸੀਗਾ ਵੀ ਜੇ ਆਪਾਂ ਕਹੀਏ ਜੇ ਕਾਂਗਰਸ ਦੇ ਵਿੱਚ ਵੀ, ਅਕਾਲੀ ਦਲ ਦੇ ਵਿੱਚ ਵੀ ਕੋਈ ਬੰਦੇ ਸਾਰੀ ਉਮਰ ਤੋਂ ਬੈਠੇ ਹੈ, ਚੰਗਾ ਕੰਮ ਕਰਨ ਦੀ ਕੋਸ਼ਿਸ਼ 'ਚ, ਤਾਂਗ 'ਚ ਹੈ, ਉਹਨਾਂ ਦੀ ਪ੍ਰਮੋਸ਼ਨ ਨਹੀਂ ਹੋਈ, ਉਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ, ਉਹ ਆ ਕੇ ਨਹੀਂ ਸਮਾਜ ਨੂੰ ਸੁਧਾਰ ਸਕੇ, ਜਾਂ ਆਮ ਆਦਮੀ ਪਾਰਟੀ ਉਹਨਾਂ ਹੀਰਿਆਂ ਨੂੰ ਚੱਕ ਕੇ ਆਪਦੀ ਪਾਰਟੀ 'ਚ ਲੈਣਾ ਚਾਹੁੰਦੀ ਹੈ ਤਾਂ ਉਹ ਅੱਗੇ ਵਧਣਾ ਚਾਹੁੰਦੀ ਹੈ, ਤਾਂ ਉਹ 'ਤੇ ਕੀ ਦਿੱਕਤ ਹੈ? ਉਸ ਕੋਈ ਪ੍ਰੋਬਲਮ ਤਾਂ ਚੰਗੇ ਹੈਗੇ ਆ, ਇਮਾਨਦਾਰ ਫੇਸਿਸ ਹੈ, ਫੇਸਿਸ ਨਾਲ ਹੀ ਪਾਰਟੀ ਹੈ। ਉਹ ਚੀਜ਼ਾਂ ਨੂੰ ਲੈ ਕੇ ਪਾਰਟੀ 'ਚ ਉਹ ਆ ਵੀ ਰਿਹਾ ਤਾਂ ਕੋਈ ਦਿੱਕਤ ਨਹੀਂ ਹੈ। ਉਹਨਾਂ ਨੇ ਤਾਂ ਇੱਕ ਗੱਲ ਕਹੀ ਸੀ ਕਿ ਅਸੀਂ ਆਮ ਘਰਾਂ ਦੇ ਲੋਕਾਂ ਨੂੰ ਅਸੀਂ ਆਮ ਉਹਦੇ ਵਿੱਚ ਰੱਖਾਂਗੇ, ਕਿ ਲੇਕਿਨ ਇੱਥੇ ਬਠਿੰਡਾ ਹਲਕਾ ਤੋਂ ਹਲਕਾ ਇੰਚਾਰਜ ਬਣਾ ਦਿੱਤੇ ਗਏ ਨੇ ਜਗਰੂਪ ਸਿੰਘ ਗਿੱਲ, ਤੇ ਇਸ ਦੇ ਵਿੱਚ ਜਦੋਂ ਇਹਨਾਂ ਦਾ ਪ੍ਰੋਗਰਾਮ ਹੁੰਦਾ ਹੈਗਾ ਤਾਂ ਯੂਥ ਜ਼ਿਲ੍ਹੇ ਦੇ ਪ੍ਰਧਾਨ ਦੀ ਕੁਰਸੀ ਨਹੀਂ ਲਗਾਈ ਜਾਂਦੀ, ਤੁਹਾਡੀ ਕੁਰਸੀ ਨਹੀਂ ਉੱਥੇ ਲਗਾਈ ਗਈ? ਨਹੀਂ ਸੌਰੀ, ਉੱਥੇ ਗਏ ਹੋ, ਮਾਯੂਸ ਹੋ ਕੇ ਗਏ ਹੋ ਉੱਥੋਂ ਕਿ ਤੁਸੀਂ ਇਹ ਪੁਆਇੰਟ ਉਧਰ ਨੋਟ ਕੀਤਾ ਹੈ। ਮੈਂ ਇਹ ਨਹੀਂ ਚਾਹੁੰਦਾ ਵੀ ਕੁਰਸੀ ਨਹੀਂ ਲਈ, ਚਲੋ ਕਿਸੇ ਪ੍ਰਸ਼ਾਸਨ ਦੇ ਵੱਲੋਂ ਸਾਡੀ ਕੁਰਸੀ ਕੋਈ ਚੱਕੀ ਵੀ ਗਈ ਉੱਥੋਂ, ਤਾਂ ਕੋਈ ਅਸੀਂ ਇੱਥੇ ਕੁਰਸੀਆਂ ਵਾਸਤੇ ਨਹੀਂ ਇਸ ਪਾਰਟੀ 'ਚ ਆਏ, ਕੰਮ ਕਰਨ ਲਈ ਆਏ ਆ, ਠੀਕ ਹੈ ਜੀ। ਉਹ ਮਤਲਬ ਕਿ ਇਹਨਾਂ ਚੀਜ਼ਾਂ ਨੂੰ ਮੈਂ ਉਹ ਨਹੀਂ ਜ਼ਿਆਦਾ ਤਵੱਜੋ ਦਿੰਦਾਗਾ। ਅਸੀਂ ਕੰਮ ਕਰਨਾ, ਸਿਸਟਮ ਨੂੰ ਬਦਲਣਾ, ਪੰਜਾਬ ਨੂੰ ਬਦਲਣਾ। 2022 ਆ ਗਈ। ਸਿਸਟਮ ਕਿਵੇਂ ਬਦਲਿਆ ਜਾਏਗਾ? ਇੱਕ ਜ਼ਿਲ੍ਹਾ ਪ੍ਰਧਾਨ ਦੀ ਚੇਅਰ ਨਾ ਹੋਵੇ ਉੱਥੇ ਤੇ ਤੁਸੀਂ ਕਹਿੰਦੇ ਸਿਸਟਮ ਬਦਲ ਦਾਂਗੇ ਅਸੀਂ? ਤੇ ਇੱਕ ਦੇਖੋ, ਤੁਹਾਡੀ ਆਵਾਜ਼, ਤੁਸੀਂ ਯੂਥ ਦੀ ਆਵਾਜ਼ ਹੋ, ਯੂਥ ਦੀ ਆਵਾਜ਼ ਤਾਂ ਪਾਸੇ ਕਰਤੀ ਗਈ। ਨਹੀਂ, ਦੇਖੋ ਮੈਂ ਵੀ ਤੁਹਾਨੂੰ ਕਹਾਂ, ਉੱਥੇ ਜੋ ਵੀ ਮਤਲਬ ਕਿ ਜੋ ਆਰਗੇਨਾਈਜੇਸ਼ਨ 'ਚ ਸੀਗਾ ਬੰਦਾ, ਉਹ ਬਾਅਦ 'ਚ ਉਹਨੇ ਮਾਫੀ ਵੀ ਮੰਗੀ ਹੈ ਵੀ ਮੈਂ ਭੁੱਲ ਗਿਆ ਤੁਹਾਡੀ ਕੁਰਸੀ ਲਾਣਾ, ਉਹ ਦਿੱਕਤ ਨਹੀਂ ਕੋਈ, ਉਹਦੇ ਨੋ ਮੈਟਰ ਕਿ ਅਸੀਂ, ਪਰ ਜੋ ਹਾਈ ਕਮਾਂਡ ਹੈ ਸਾਡੀ, ਠੀਕ ਹੈ ਵੀ ਅਸੀਂ ਉਹਨੂੰ ਵੀ ਥੋੜਾ ਜਿਹਾ ਸੋਚਣਾ ਚਾਹੀਦਾ ਇਸ ਗੱਲ ਦੀ। ਤਾਂ ਇਸ ਮੁੱਦੇ ਨੂੰ ਲੈ ਕੇ ਜੋ ਯੂਥ ਦੀ ਗੱਲ ਅਸੀਂ ਕਰ ਰਹੇ ਸੀ ਕਿ ਯੂਥ ਕੀ ਚਾਹੁੰਦਾਗਾ, ਤਾਂ ਯੂਥ ਇਹ ਚਾਹੁੰਦਾਗਾ ਕਿ ਜਿਹੜੀ ਇੱਥੇ ਪੰਜਾਬ ਦੇ ਵਿੱਚ ਲੈਂਡ ਬਹੁਤ ਹੈ, ਪੰਜਾਬ ਦੇ ਵਿੱਚ ਇੰਡਸਟਰੀਜ਼ ਦੀ ਕਮੀ ਹੈ। ਕੀ ਕਰ ਰਹੇ ਹੋ ਬਾਈ ਜੀ? ਠੀਕ ਗੱਲ ਕਰ ਰਹੇ ਹੋ। ਇਹ ਯੂਥ ਨੇ, ਯੂਥ ਪ੍ਰਧਾਨ ਨੇ ਜ਼ਿਲ੍ਹੇ ਦੇ ਅਮਰਜੀਤ ਜੀ ਤੇ ਅਮਰਦੀਪ ਰਾਜਨ ਜੀ, ਇਹਨਾਂ ਨੂੰ ਆਪਾਂ ਸਵਾਲ ਕਰ ਰਹੇ ਸੀਗੇ ਕੀ ਚਾਹੁੰਦਾ ਕੀ ਹੈ ਯੂਥ? ਇਹਨਾਂ ਨੂੰ ਵੀ ਸਵਾਲ ਕਰ ਲਓ। ਜੇਕਰ ਇਹ ਕਹਿੰਦੇ ਕਿ ਵੀ ਸਾਡੀ ਸਰਕਾਰ ਆਊਗੀ ਤਾਂ ਅਸੀਂ ਕਰਾਂਗੇ, ਕੀ ਕਰਨਗੇ ਪੁੱਛੀਏ ਇਹਨਾਂ ਨੂੰ। ਬਾਈ ਜੀ, ਕਿਸੇ ਵੀ ਇੰਡਸਟਰੀ ਨੂੰ ਲੱਗਣ ਵਾਸਤੇ ਉੱਥੋਂ ਦੀਆਂ ਜੀਓਗ੍ਰਾਫੀਕਲ ਕੰਡੀਸ਼ਨਸ ਦਾ ਹੋਣਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿਹੇ ਜੀਆਂ। ਆਪਣੀ ਜੀਓਗ੍ਰਾਫੀਕਲ ਕੰਡੀਸ਼ਨਸ ਕਿਹੇ ਜੀਆਂ? ਫਰਟਾਈਲ ਲੈਂਡ, ਅਬੰਡੈਂਸ ਆਫ ਵਾਟਰ। ਆਪਣੀ ਰੇਨ ਫੈਡ ਨਹੀਂ ਹੈਗਾ ਐਗਰੀਕਲਚਰ, ਪਾਣੀ ਲੱਗਦਾ ਸਾਰਿਆਂ ਨੂੰ, ਚਾਹੇ ਉਹ ਨਹਿਰੀ ਪਾਣੀ ਹੋਵੇ ਤੇ ਚਾਹੇ ਗਰਾਊਂਡ ਵਾਟਰ ਹੋਵੇ।
ਆਪਾਂ ਆਈਟੀ ਕਰੀ ਜਾਂਦੇ ਆ। ਆਈਟੀ ਵੀ ਹੋ ਜੇ ਮਾੜਾ ਨਹੀਂ, ਪਰ ਜਿਹੜਾ ਆਪਣੇ ਕੋਲੇ ਰॉ ਮਟੀਰੀਅਲ ਪਿਆ ਹੈ ਇੰਨਾ ਜ਼ਿਆਦਾ, ਆਪਾਂ ਕ੍ਰੌਪ ਡਾਇਵਰਸੀਫਿਕੇਸ਼ਨ ਨੂੰ ਰੋਨੇ ਆ। ਕ੍ਰੌਪ ਡਾਇਵਰਸੀਫਿਕੇਸ਼ਨ ਕਰੋ, ਪਾਣੀ ਮੁੱਕੀ ਜਾਂਦਾ ਹੈ। ਉਹ ਜਿਹੜਾ ਆਪਾਂ ਜੇ ਡਾਇਵਰਸੀਫਾਈ ਕਰਕੇ ਬਣਾ ਵੀ ਲਿਆ, ਉਹਨਾਂ ਦੀ ਸ਼ੈਲਫ ਲਾਈਫ ਵਧਾਉਣ ਵਾਸਤੇ ਕੁਛ ਤਾਂ ਹੋਵੇ। ਆਪਾਂ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਕਿਉਂ ਨਹੀਂ ਪ੍ਰਮੋਟ ਕਰ ਰਹੇ? ਤੁਸੀਂ ਇਹ ਗੱਲ ਦਾ ਜਵਾਬ ਸੁਣ ਲਓ ਕਿ ਇਹ ਗੱਲ ਠੀਕ ਹੈ ਕਿ ਸਾਡੇ ਕੋਲੇ ਜਿਓਗ੍ਰਾਫਿਕ ਜਿਹੜਾ ਹੈਗਾ ਕੰਡੀਸ਼ਨਸ ਕੀ ਨੇ, ਉਹ ਪਹਿਲਾਂ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਆਮ ਆਦਮੀ ਪਾਰਟੀ ਜੋ ਕੁਝ ਕਰ ਰਹੀ ਹੈ, ਤੁਹਾਡੀ ਕੀ ਲੱਗਦਾਗਾ ਤੁਹਾਨੂੰ ਕਿ ਇਸ ਦੇ ਉੱਤੇ ਇੰਪਲੀਮੈਂਟੇਸ਼ਨ ਕਰ ਸਕਦੀ ਹੈਗੀ? ਨਹੀਂ ਇਹਨਾਂ ਦਾ ਪੁਆਇੰਟ ਬਹੁਤ ਵਧੀਆ ਪੁਆਇੰਟ ਹੈ। ਪੁਆਇੰਟ ਤਾਂ ਵਧੀਆ ਹੈ, ਉਹ ਤਾਂ ਸਭ ਨੂੰ ਇਹ ਜਦੋਂ ਆਮ ਆਦਮੀ ਪਾਰਟੀ ਆਊਗੀ ਤਾਂ ਪਹਿਲਾਂ ਪੰਜਾਬ ਨੂੰ ਜੇ ਆਪਾਂ ਉੱਤੇ ਚੱਕ ਸਕਦੇ ਹਾਂ, ਤਾਂ ਇਹਨਾਂ ਦੇ ਪੁਆਇੰਟ ਦੇ ਅਕੋਰਡਿੰਗ ਜੇ ਆਪਾਂ ਕਹੀਏ ਤੇ ਆਪਾਂ ਨੂੰ ਇੱਥੇ ਫੂਡ ਪ੍ਰੋਸੈਸਿੰਗ ਜਿਹੜੇ ਯੂਨਿਟ ਹੈ ਉਹ ਲਾਉਣੇ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਇਸ ਚੱਕਰ ਵਿੱਚੋਂ ਬਾਹਰ ਨਿਕਲ ਸਕਦੇ ਹਾਂ ਕਿ ਝੋਨਾ ਲਾਉਣਾ ਤੇ ਕਣਕ ਬੀਜਣੀ ਹੈ, ਠੀਕ ਹੈ, ਜੋ ਕਿ ਆਪਣੇ ਇੰਡੀਆ ਕੋਲੇ ਇਹਦੀ ਫਸਲਾਂ ਦੀ ਜਿਹੜੀ ਤਾਦਾਦ ਹੈ ਬਹੁਤ ਜ਼ਿਆਦਾ ਹੈ। ਅਕੋਰਡਿੰਗ ਟੂ ਦਾ 1947 ਜਦੋਂ ਦੇਸ਼ ਆਜ਼ਾਦ ਹੋਇਆ ਸੀ, ਜਦੋਂ 34 ਕਰੋੜ ਆਬਾਦੀ ਸੀ, ਅੱਜ 135 ਕਰੋੜ ਆਬਾਦੀ ਹੈ, ਪਰ 20 ਗੁਣਾ ਇਹਦੀ ਜਿਹੜੀ ਹੈ ਆਪਣਾ ਅਲੱਗ ਪ੍ਰੋਡਿਊਸਿੰਗ ਵਧੀ ਹੈ ਇੱਥੇ। ਪਰ ਜੇ ਆਪਾਂ ਕਹੀਏ ਵੀ ਉਹ ਜਦੋਂ ਆਪਾਂ ਚੰਗਾ ਇੱਕ ਸਿਸਟਮ ਆਊਗਾ ਤਾਂ ਹੀ ਹੋ ਸਕਦਾ ਹੈ। ਜਿਹੜੇ ਲੋਕ ਇਹ ਕੰਮ ਕਰਦੇ ਹੈ ਤਾਂ ਉਹੀ ਕਰਨਗੇ ਕੰਮ, ਪਰ ਜਿਹੜੀ ਸਿਸਟਮ ਬਦਲਣ ਦੀ ਗੱਲਾਂ ਹੁੰਦੀਆਂ ਨੇ, ਆਮ ਆਦਮੀ ਪਾਰਟੀ ਸਿਸਟਮ ਬਦਲਣ ਦੀ ਗੱਲ ਕਰ ਰਹੀ ਹੈ। ਇਹਨਾਂ ਦੀ ਮੈਂ ਵਰਡਿੰਗ ਤੇ ਫੇਰ ਆ ਜਾਂਦਾ। ਕਹਿੰਦੇ ਬਾਈ ਜੀ ਜੇ ਸਰਕਾਰ ਆ ਗਈ ਤਾਂ ਕਰ ਦਿਆਂਗੇ, ਐਂ ਕਿਉਂ ਨਹੀਂ ਕਹਿੰਦੇ ਅਸੀਂ ਆਹ ਕਰਾਂਗੇ? ਜੇ ਆ ਗਏ ਕੀ ਕਰੋਗੇ ਬਾਈ ਜੀ? ਇੱਕ ਕਰੋਗੇ ਮੋਡਲ ਕੀ? ਦੱਸ ਦਿਓ ਨਾ। ਮਾਡਲ ਇਹੀ ਹੈ ਵੀ ਜਦੋਂ ਜਿਹੜੇ ਤੁਸੀਂ ਤੁਹਾਡੇ ਵਰਗੇ ਜਿਹੜੇ ਇੰਟੈਲੀਜੈਂਟ ਬੰਦੇ ਖੜੇ ਆ ਇਹ ਗੱਲ ਕਹਿ ਰਹੇ ਆ, ਤਾਂ ਹੁਣ ਉਦੋਂ ਹੋਰ ਕੀ ਹੋ ਸਕਦਾ ਵੀ ਜਿਹੜੇ ਅਸੀਂ ਜਿਹੜਾ ਆਪਣਾ ਸਾਡਾ ਮੈਨੀਫੈਸਟੋ ਆਊਗਾ ਉਹਦੇ 'ਚ ਅਸੀਂ ਦੱਸਾਂਗੇ ਕਿ ਇੱਥੇ ਫੂਡ ਪ੍ਰੋਸੈਸਿੰਗ ਯੂਨਿਟ ਲਾਏ ਜਾਣਗੇ, ਇਸ ਚੱਕਰਵਿਊਹ ਚੋਂ ਪੰਜਾਬ ਨੂੰ ਕੱਢਿਆ ਜਾਊਗਾ। ਜਿਹੜੀ ਸੈਲਫ ਲਾਈਫ ਹੈ ਸਬਜ਼ੀਆਂ ਦੀ ਹੈ, ਜਿਹੜੇ ਵੀ ਹੋਰ ਪ੍ਰੋਡਕਟ ਤਿਆਰ ਹੋਣਗੇ ਉਹਨਾਂ ਵਾਸਤੇ ਉਹ ਯੂਨਿਟ ਤਿਆਰ ਕੀਤੇ ਜਾਣਗੇ, ਤਾਂ ਕਿ ਆਪਾਂ ਇੱਥੇ ਮੰਡੀਆਂ ਦੇ ਵਿੱਚ ਉਹ ਚੀਜ਼ ਪਹੁੰਚਾ ਸਕੀਏ ਅਤੇ ਆਪਣਾ ਜਿਹੜਾ ਕਿਸਾਨ ਆ ਹੋਰ ਪ੍ਰਫੁੱਲਤ ਹੋ ਸਕੇ, ਨਾ ਕਿ ਉਹ ਇਸ ਚੀਜ਼ ਤੇ ਡਿਪੈਂਡੈਂਸੀ ਆਪਾਂ ਜਿਹੜੀ ਆਪਣਾ ਪਾਣੀ ਦਾ ਲੈਵਲ ਆਪਣਾ ਦਿਨੋਂ ਦਿਨ ਥੱਲੇ ਜਾ ਰਿਹਾ ਜ਼ਮੀਨ ਦਾ, ਉਹਨੂੰ ਆਪਾਂ ਬਚਾ ਸਕਾਂਗੇ। ਇੱਕ ਗੱਲ ਹੋਰ ਹੈ, ਜੇ ਆਈਟੀ ਸੈੱਲ ਦੀ ਆਪਾਂ ਗੱਲ ਆਈਟੀ ਸੈਕਟਰ ਦੀ ਗੱਲ ਕਰਦੇ ਸੀ ਜਾਂ ਇੰਡਸਟਰੀ ਦੀ ਗੱਲ ਕਰਦੇ ਸੀ, ਜਿਹੜਾ ਪੜ੍ਹੀ ਲਿਖੀ ਜਮਾਤ ਹੈ, ਜਿਹੜਾ ਯੂਥ ਪੜ੍ਹ ਲਿਖ ਜਾਂਦਾ, ਜਿਹੜਾ ਕਹਿੰਦਾ ਮੈਂ ਜੌਬ ਕਰਨੀ ਆ ਜਾਂ ਮੈਂ ਖੇਤੀ ਨਹੀਂ ਕਰਨੀ, ਉਹਦੇ ਵਾਸਤੇ ਇੱਕ ਪੁਆਇੰਟ ਹੈ ਵੀ ਉਹ ਵੀ ਪੰਜਾਬ 'ਚ ਹੋਣਾ ਚਾਹੀਦਾ, ਸਾਡਾ ਯੂਥ ਬਾਹਰ ਨਾ ਜਾਵੇ। ਬਈ ਜੀ ਗੱਲ ਇਹ ਆ ਕਿ ਵੀ ਕਿਤੇ ਇਹ ਤਾਂ ਨਹੀਂ ਹੈਗਾ ਕਿ ਵੀ ਜਿਹੜਾ ਇੱਥੇ ਬਠਿੰਡਾ ਥਰਮਲ ਪਲਾਂਟ ਦੇ ਜਗ੍ਹਾ ਜਿੱਥੇ ਲੈਂਡ ਹੈਗੀ ਉੱਥੇ ਕਿਹਾ ਜਾ ਰਿਹਾ ਕਿ ਇੱਥੇ ਡਰੱਗ ਪਾਰਕ ਆਉਣਾਗਾ, ਤੇ ਉਹ ਕਿੰਨੀ ਕੁ ਗੱਲ ਚੱਲ ਹੈ ਹਜੇ। ਮਨਪ੍ਰੀਤ ਬਾਦਲ ਗਏ ਸੀਗੇ ਆਪਣੇ ਸੈਂਟਰਲ ਮਿਨਿਸਟਰ ਕੋਲੇ, ਨਾਂ ਨਹੀਂ ਮੇਰੇ ਧਿਆਨ 'ਚ, ਉਦੋਂ ਹੀ ਵਾਸ ਰਿਕੁਐਸਟਿੰਗ ਵੀ ਬਾਈ ਜੀ ਪਲੀਜ਼ ਸਾਨੂੰ ਬਾਇਓਟੈਕ ਪਾਰਕ ਦੇ ਦਿਓ, ਇੱਥੇ ਥਾਂ ਸਾਡੇ ਕੋਲੇ ਪਈ ਹੈ 1 ਰੁਪਏ ਨੂੰ, ਕਿ ਕਿਸ ਹਿਸਾਬ ਨਾਲ ਅਸੀਂ ਤੁਹਾਨੂੰ ਖੁਸ਼ੀ ਵੀ ਸਾਂਝੀ ਕਰਤੀ ਹੈ ਕਿ ਵੀ ਲੈਣ ਦੇਣ ਨੂੰ ਤਿਆਰ ਹੈ। ਹੁਣ ਮੈਨੂੰ ਲੇਟੈਸਟ ਨਹੀਂ ਪਤਾ, ਮਹੀਨਾ ਪੁਰਾਣੇ ਦਾ ਮੈਂ ਪੜ੍ਹ ਕੇ ਹਟਿਆ ਸੀਗਾ। ਉਦੋਂ ਤੱਕ ਹੀ ਵਾਸ ਰਿਕੁਐਸਟਿੰਗ ਦਾ ਸੈਂਟਰਲ ਮਿਨਿਸਟਰ ਟੂ ਲਾਈਕ ਗ੍ਰਾਂਟ ਦ ਪਾਰਕ ਹੇਅਰ। ਹੁਣ ਤੁਸੀਂ ਆਪਾਂ ਫੂਡ ਪ੍ਰੋਸੈਸਿੰਗ ਤੇ ਆ ਜਾਈਏ। ਬਾਈ ਜੀ ਕਹਿੰਦੇ ਆ ਵੀ ਜਿਹੜੇ ਪੜ੍ਹੇ ਲਿਖੇ ਯੂਥ ਆ ਉਹ ਬਾਹਰ ਜਾਣਾ ਚਾਹੁੰਦੇ ਆ, ਜੌਬ ਕਰਨਾ ਚਾਹੁੰਦੇ ਆ। ਅੱਜ ਕੱਲ੍ਹ ਬਾਈ ਜੀ ਮਾਡਰਨਾਈਜ਼ ਫੈਸਿਲਿਟੀਜ਼ ਨੇ, ਤੁਸੀਂ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਦੇ ਵਿੱਚ ਵੀ ਐ ਨਹੀਂ ਹੈਗਾ ਯੂ ਹੈਵ ਟੂ ਵਰਕ। ਤੁਹਾਡੇ ਕੋਲੇ ਉਹੋ ਜਿਹੀਆਂ ਮਸ਼ੀਨਰੀ ਹੈ, ਆਪਰੇਟ ਕਰਨ ਵਾਸਤੇ ਸਕਿਲਡ ਲੇਬਰ ਚਾਹੀਦੀ ਹੈ। ਜੇ ਤੁਹਾਨੂੰ ਪੇ ਚੰਗਾ ਮਿਲ ਰਿਹਾ, ਆਪਦੀ ਤੁਸੀਂ ਪ੍ਰੋਡਿਊਸ ਕਰਕੇ ਉਹਨੂੰ ਸਕਿਲ ਕਰ ਰਹੇ ਹੋ। ਦੂਜੀ ਗੱਲ, ਇੱਕ ਮੈਂ ਆਪਣੇ ਜਿਹੜੇ ਫਾਰਮਰਸ ਨੇ, ਕਿਸਾਨ ਨੇ, ਉਹ ਕਹਿੰਦੇ ਵੀ ਅਸੀਂ ਤਾਂ ਜੀ ਪ੍ਰੋਡਿਊਸਰ ਹੈ, ਅਸੀਂ ਮਾਰਕੀਟਿੰਗ ਨਹੀਂ ਕਰ ਸਕਦੇ। ਆਪਾਂ ਖੇਤੀ ਨੂੰ ਇੱਕ ਬਿਜ਼ਨਸ ਦੇ ਤੌਰ ਤੇ ਕਿਉਂ ਨਹੀਂ ਦੇਖ ਸਕਦੇ ਵੀ ਪ੍ਰੋਡਿਊਸ ਆਪਣੀ ਆਪਦੇ ਹੱਥ 'ਚ ਹੈ, ਉਹਨੂੰ ਆਪਾਂ ਮਾਰਕੀਟ ਕਿਉਂ ਨਹੀਂ ਕਰਦੇ? 60 ਕਿਲੋਮੀਟਰ 50 ਕਿਲੋਮੀਟਰ ਤੇ ਸਾਰੇ ਸ਼ਹਿਰ ਆ ਜਾਂਦੇ ਆ, ਸ਼ਹਿਰ ਰਿਟੇਲਰ ਬੈਠੇ ਆ। ਆਪਦੀ ਪ੍ਰੋਡਿਊਸ ਨੂੰ ਆਪਾਂ ਜੇ ਕਿਸੇ ਨਾਲ ਗੰਢ ਤੁੱਪ ਕਰਦੇ ਆ ਵੀ ਸਟੋਰ ਅਸੀਂ ਕਰ ਲੈਂਦੇ ਆ। ਇੱਕ ਬੜੀ ਪੁਰਾਣੀ ਸਰਕਾਰ ਦੀ ਸਕੀਮ ਸੀ ਜੀ 2002-03 ਦੀ, ਉਹ ਸੀਗੀ ਗ੍ਰਾਮੀਣ ਭੰਡਾਰਨ ਯੋਜਨਾ, ਸੈਂਟਰ ਦੀ ਸਕੀਮ ਸੀਗੀ। ਉਹਦੇ 'ਚ ਕੀ ਸੀਗਾ ਵੀ ਪਿੰਡਾਂ 'ਚ ਮਿਨੀ ਵੇਅਰ ਹਾਊਸਿਸ ਟਾਈਪ ਬਣਾਉਣ ਦੀ ਗੱਲ ਕੀਤੀ ਸੀਗੀ ਵੀ ਬਣਾ ਲਓ। ਉਹਦੇ ਨਾਲ ਕੀ ਸੀਗਾ, ਪਿੰਡ ਦੀ ਪ੍ਰੋਡਿਊਸਰ ਉੱਥੇ ਹੀ ਸਟੋਰ ਹੋ ਜਾਇਆ ਕਰਨੀ ਸੀਗੀ। ਜੇ ਆਪਣੇ ਗੰਢ ਤੁੱਪ ਕਰ ਲੈਣਗੇ, ਇੱਥੇ ਕਿਸੇ ਨਾਲ ਕੰਟਰੈਕਟ ਕਰ ਲਿਆ, ਸ਼ਹਿਰੀ ਕਿਸੇ ਬਾਈ ਜੀ ਜਿਹੜੇ ਵੀ ਜਿੰਨੇ ਆਪਣੇ ਕਹਿ ਲਓ ਮਰਚੈਂਟਸ ਹੁੰਦੇ ਨੇ, ਹੁਣ ਬਾਣੀਏ ਤਾਂ ਆਪਾਂ ਕੀ ਸ਼ਬਦ ਵਰਤੀਏ, ਹਰੇਕ ਹੀ ਕਰ ਸਕਦਾ। ਮਰਚੈਂਟਸ ਹੁੰਦੇ ਆ ਸ਼ਹਿਰ ਦੇ ਵਿੱਚ, ਤੁਸੀਂ ਕਹਿ ਲਓ ਵੀ ਤੈਨੂੰ ਜੇ ਸਟੋਰੇਜ ਦੀ ਸਮੱਸਿਆ, ਪਹਿਲੀ ਗੱਲ ਤਾਂ ਉਹਨਾਂ ਕੋਲ ਵੀ ਸਟੋਰੇਜ ਹੁੰਦੀ ਹੈ ਵੀ ਅਸੀਂ ਤੈਨੂੰ ਟਾਈਮਲੀ ਸਟੋਰੇਜ ਪ੍ਰੋਵਾਈਡ ਕਰਾਂਗੇ। ਪ੍ਰੋਡਿਊਸ ਸਾਡੀ ਕੁਆਲਿਟੀ ਕੀ ਚਾਹੀਦੀ ਹੈ ਦੱਸ, ਅਤੇ ਉਹਨੂੰ ਹੋਲਸੇਲ ਵੇਚਣ ਦੀ ਥਾਂ 'ਤੇ ਥੋੜ੍ਹਾ ਕਰਕੇ ਰਿਟੇਲ ਵੇਚੋ। 2 ਰੁਪਏ ਮਰਚੈਂਟ ਨੂੰ ਕਮਾਉਣ ਦਿਓ, 2 ਰੁਪਏ ਵੱਧ ਤੁਸੀਂ ਕਮਾਓ। ਆਪਾਂ ਇੰਨਾ ਉਹੀ ਹੋ ਗਿਆ ਨਾ ਵੀ ਅਸੀਂ ਬਾਹਰ ਜਾ ਕੇ ਕੰਮ ਕਰਨ ਨੂੰ ਤਿਆਰ ਹੈ, ਇੱਥੇ ਇਹਨੂੰ ਵੇਟ ਕਰ ਲਓ। ਸਰਕਾਰਾਂ ਚਾਹੁੰਦੀਆਂ, ਸਰਕਾਰਾਂ ਤੋਂ ਇਹ ਮੰਗ ਹੈਗੇ, ਯੂਥ ਇਹ ਚਾਹੁੰਦਾਗਾ। ਦੇਖੋ ਮੈਂ ਇਹਨਾਂ ਦੀ ਗੱਲ ਜਮਾ ਸਹੀ ਹੈ, ਪਰ ਸਿਸਟਮ ਨੂੰ ਲਿਆਊਗਾ ਕੌਣ ਨਾ? ਇੱਕ ਜਿਹੜੀ ਚੰਗੇ ਇੱਕ ਸੁਸਾਇਟੀ ਦੇ ਲੋਕ ਹੈ, ਚੰਗੀ ਜਿਹੜੀ ਸਰਕਾਰ ਆਊਗੀ ਉਹੀ ਲੈ ਕੇ ਆਊਗੀ ਨਾ ਸਿਸਟਮ ਨੂੰ। ਸਿਸਟਮ ਆਮ ਲੋਕ ਨਹੀਂ ਬਦਲ ਸਕਦੇ। ਆਮ ਲੋਕਾਂ ਨੂੰ ਤਾਂ ਇੰਨੀ ਟੈਨਸ਼ਨ ਹੈ ਵੀ ਜੇ ਮੇਰੀ ਫਸਲ ਵਿਕ ਜੇ, ਮੇਰੇ ਕੋਲ ਤਾਂ ਖਾਣ ਨੂੰ ਪੈਸੇ ਹੈ ਨਹੀਂ 1 ਮਹੀਨੇ ਦੇ ਵੀ, ਤੇ ਜੇ 6 ਮਹੀਨੇ ਮੇਰੀ ਫਸਲ ਨਾ ਮੈਨੂੰ ਪੈਸੇ ਆਏ ਤਾਂ ਮੈਂ ਘਰ ਕਿੱਥੋਂ ਚਲਾਊਂ? ਉਹ ਰਿਸਕ ਨਹੀਂ ਲੈ ਸਕਦਾ। ਸਰਕਾਰ ਇੱਥੇ ਜੇ ਸਰਕਾਰਾਂ ਆ ਕੇ ਕੰਮ ਕਰਨਗੀਆਂ, ਉਹਨੂੰ ਕਹਿਣਗੀਆਂ ਵੀ ਭਾਈ ਤੂੰ ਡਰ ਨਾ, ਤੇਰੀ ਫਸਲ ਅਸੀਂ ਚੱਕਾਂਗੇ ਜੋ ਜੀ ਵੀ ਹੋਈ, ਤੈਨੂੰ ਅਸੀਂ ਚੰਗੀ ਫੈਸਿਲਿਟੀ ਦਿਆਂਗੇ, ਤੇਰੀ ਫਸਲ ਚੰਗੀ ਹੋਊਗੀ, ਤੈਨੂੰ ਜਿਹੜੀ ਜ਼ਮੀਨ ਹੈ ਫਰਟਾਈਲ ਕਰਨ ਲਈ ਤੈਨੂੰ ਅਸੀਂ ਸਾਧਨ ਪ੍ਰੋਵਾਈਡ ਕਰਾਵਾਂਗੇ ਚੰਗੇ। ਅੱਜ ਸਾਡੀ ਸਾਰੀ ਜ਼ਮੀਨ ਤਾਂ ਇੰਨੀ ਕਾਲੀ ਹੋਈ ਪਈ ਹੈ ਪੈਸਟੀਸਾਈਡਸ ਦੇ ਨਾਲ,
ਯੂਰੀਏ ਦੇ ਨਾਲ, ਉਹ ਰਿਸਕ ਨਹੀਂ ਲੈਣਾ ਚਾਹੁੰਦਾ ਕਿਸਾਨ ਤਾਂ ਕਰਜ਼ਾਈ ਕਰਤਾ ਇਹਨਾਂ ਸਰਕਾਰਾਂ ਨੇ, ਠੀਕ ਹੈ ਜੀ। ਉਹਨਾਂ ਚੀਜ਼ਾਂ ਨੂੰ ਲੈ ਕੇ ਜੇ ਸਰਕਾਰ ਇੱਕ ਚੰਗੀ ਆਊਗੀ, ਜਿਵੇਂ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਕੀਤਾ ਹੈ, ਹੁਣ ਪਰਾਲੀ ਨੂੰ ਇੰਨੀ ਅੱਗ ਲੱਗੀ ਇੱਥੇ, ਕਿਉਂਕਿ ਅਗਲਾ ਕਿਸਾਨ ਕਹਿੰਦਾ ਮੈਂ ਜਾਂ ਤਾਂ ਮਰਦਾ ਤੇ ਮੈਂ ਆਪਦੇ ਕੋਲੋਂ ਪੈਸੇ ਕਿੱਥੇ ਲਾਵਾਂ ਇਸ ਨੂੰ, ਮਤਲਬ ਕਿ ਜੇ ਅੱਗ ਨਾ ਲਾਵਾਂ ਤਾਂ। ਉਹ ਕਹਿੰਦੇ ਅਸੀਂ ਇਹੋ ਜਿਹਾ ਇੱਕ ਘੋਲ ਤਿਆਰ ਕੀਤਾ ਹੈ ਦਿੱਲੀ ਦੇ ਵਿੱਚ ਵੀ ਜਿਹੜਾ ਅਸੀਂ ਕੋਲ ਸਾਹਿਬ ਨੂੰ ਅਸੀਂ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਵਾ ਰਹੇ ਹਾਂ ਕਿ ਤੁਸੀਂ ਇਹ ਘੋਲ ਦੀ ਸਪਰੇਅ ਕਰੋ ਤੇ ਜ਼ਮੀਨ ਦੇ ਵਿੱਚ ਹੀ ਇਸ ਨੂੰ ਉਹ ਇੱਕ ਉੱਥੇ ਉਹਨਾਂ ਨੇ ਘੋਲ ਤਿਆਰ ਕੀਤਾ ਜਿਹਦੀ ਉੱਤੇ ਸਪਰੇਅ ਹੁੰਦੀ ਹੈ। ਸਪਰੇਅ ਕਰਨ ਤੋਂ ਬਾਅਦ ਉਹ ਜਿਹੜਾ ਹੈਗਾ, ਗੋਲੀਆਂ ਪਾਉਣੀਆਂ ਜਿਹੜੀਆਂ ਆਪਾਂ ਦੇਖੋ ਜੀ ਮੈਂ ਤੁਹਾਨੂੰ ਕਹਾਂ, ਘੋਲ ਕੇ ਪਾਣੀ 'ਚ ਉਹਨੂੰ ਸਪਰੇਅ ਕਰਨ ਦੀ ਕਹਿੰਦੇ। ਸਪਰੇਅ ਉੱਥੇ ਹੈਗੀ ਹੈ, ਉਹ ਪੰਜਾਬ ਗਵਰਨਮੈਂਟ ਨੇ ਨਹੀਂ ਤਿਆਰ ਕੀਤੀ, ਉਹ ਦਿੱਲੀ ਗਵਰਨਮੈਂਟ ਕੋਲੇ ਉਹ ਕਹਿੰਦੇ ਅਸੀਂ ਫ੍ਰੀ ਦਿੰਦੇ ਆ। ਕਹਿੰਦੇ ਜੇ ਮੁੱਖ ਮੰਤਰੀ ਪੰਜਾਬ ਦਾ ਕਹਿੰਦਾ ਤਾਂ ਅਸੀਂ ਦੇਣ ਲਈ ਤਿਆਰ ਆ ਪੰਜਾਬੀਆਂ ਨੂੰ ਵੀ, ਪਰ ਇੱਥੋਂ ਦੇ ਮੁੱਖ ਮੰਤਰੀ ਸਿਆਸਤ ਕੱਲੀ ਚਮਕਾਉਣਾ ਚਾਹੁੰਦੇ ਆ ਵੀ ਸਾਨੂੰ ਨਹੀਂ ਲੋੜ ਜੀ ਇਸ ਚੀਜ਼ ਦੀ, ਵੀ ਕਿਤੇ ਕੇਜਰੀਵਾਲ ਦੇ ਨਾਂ ਨਾ ਬਣ ਜੇ ਉਹਦਾ। ਹਾਂਜੀ ਫਿਲਹਾਲ ਚਲੋ ਇਸ ਗੱਲ ਬਾਪੂ ਜੀ ਆਏ ਨੇ, ਬਾਪੂ ਜੀ ਕੀ ਇਧਰ ਇੱਕ ਮਿੰਟ ਵਾਸਤੇ ਮੈਂ ਆਮ ਆਦਮੀ ਦਾ ਸ਼ੁਕਰੀਆ ਅਦਾ ਕਰਦਾ। ਆਦਮੀ ਪਾਰਟੀ ਨਾਲ ਅਸੀਂ ਕਿਉਂ ਜੁੜੇ? ਮੈਂ ਇੱਕ ਥਰਮਲ ਅਪਲਾਈਜ਼ ਹੋਣ ਦੇ ਨਾਤੇ ਗੱਲ ਕਰ ਰਿਹਾ, ਬਹੁਤੀ ਗੱਲ ਨਹੀਂ ਕਰਦਾ, ਸ਼ਾਰਟਕਟ ਕਰੂੰਗਾ। ਸਾਨੂੰ ਇੰਨੀ ਖੁਸ਼ੀ ਹੈ ਕਿ ਲੋਕ ਆਦਮੀ ਪਾਰਟੀ ਨਾਲ ਕਿਉਂ ਜੁੜੇ। ਅਸੀਂ 70 ਸਾਲ ਸਾਨੂੰ ਦੇਸ਼ ਆਜ਼ਾਦ ਹੋਏ ਨੂੰ ਹੋ ਗਏ, 47 ਤੋਂ ਗਿਣ ਲਓ ਜੇ ਨਹੀਂ ਤਾਂ। 70 ਸਾਲਾਂ ਦੇ ਵਿੱਚ ਸਾਡਾ ਅਕਾਲੀ ਦਲ ਨੇ, ਸਾਡੀ ਕਾਂਗਰਸ ਨੇ ਸਾਡਾ ਖੂਨ ਪਸੀਨਾ ਚੂਸ ਲਿਆ ਤੇ ਅਸੀਂ ਕਾਹਦੇ ਸਿਰ 'ਤੇ ਖੇਤੀ ਕਰ ਗਏ। ਸਾਡੀ ਜੇ ਖੇਤੀ ਅਸੀਂ ਕਰ ਰਹੇ ਸੀ, ਅੱਜ ਵੀ ਸਾਡੀ ਮੋਦੀ ਸਰਕਾਰ ਉਹਦੇ ਕਬਜ਼ਾ ਕਰ ਰਹੀ ਸੀ। ਅਸੀਂ ਮੋਦੀ ਸਰਕਾਰ ਨੂੰ ਕਿਹਾ ਜੇ ਤੁਸੀਂ ਲੋਨ ਦਾ ਪ੍ਰੋਜੈਕਟ ਲਾਓ ਯਾਰ, ਜਿਵੇਂ ਸਾਡਾ ਥਰਮਲ GNTV ਥਰਮਲ ਬਠਿੰਡਾ ਹੈ। ਬਾਪੂ ਜੀ ਦੀ ਨਾਰਾਜ਼ਗੀ ਹੈ, ਬਹੁਤ ਸਰਕਾਰਾਂ ਤੋਂ ਨਾਰਾਜ਼ਗੀ ਹੈ। ਫਿਲਹਾਲ ਸਿਸਟਮ ਬਦਲਣ ਦੀ ਗੱਲ ਜਿਹੜੀ ਇਹਨੇ ਆਮ ਆਦਮੀ ਪਾਰਟੀ ਕਰਦੀ ਹੈ। ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ, ਜ਼ਿਲ੍ਹੇ ਦੇ ਪ੍ਰਧਾਨ ਨੇ ਅਮਰਦੀਪ ਰਾਜਨ ਖੜੇ ਸੀਗੇ, ਯੂਥ ਖੜਾ ਸੀਗਾ। ਯੂਥ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਯੂਥ ਕੀ ਚਾਹੁੰਦਾਗਾ, ਇੱਥੋਂ ਜਿਹੜੀਆਂ ਸਿਆਸਤ ਬਦਲਣ ਦੀਆਂ ਗੱਲਾਂ ਕਰਦੀਆਂ ਨੇ ਉਹ ਪਾਰਟੀਆਂ ਕੀ ਕਹਿੰਦੀਆਂ ਨੇ। ਫਿਲਹਾਲ ਦੀ ਗੱਲ ਇਹ ਆ ਕਿ ਸਥਿਤੀ ਕਿਸ ਤਰੀਕੇ ਦੀ ਬਣੇਗੀ ਆਉਣ ਵਾਲੇ ਸਮੇਂ ਦੇ ਵਿੱਚ, ਜੋ 2022 ਦੀਆਂ ਚੋਣਾਂ ਨੇ, ਸਿਆਸਤ ਦੇ ਵਿੱਚ ਕਿਸ ਤਰੀਕੇ ਦੇ ਬਦਲਾਅ ਵੇਖਣ ਨੂੰ ਮਿਲ ਸਕਦੇ ਨੇ, ਇਹ ਇੱਕ ਅਹਿਮ ਗੱਲ ਹੋਵੇਗੀ। ਸਹਿਯੋਗੀ ਗੌਰਵ ਦੇ ਨਾਲ ਗੌਤਮ ਕੁਮਾਰ, ਤੁਸੀਂ ਵੇਖ ਰਹੇ ਹੋ ਔਨ 에ਅਰ ਬਟਨ।